ਵਾਹਿਗੁਰੂ ਸਾਹਿਬ ਜੀਓ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰੂ ਰਾਮ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਣ ਪੁਰਖ, ਗੁਰੂ ਅਰਜਨ ਪਿੱਖੋਂ ਨੈਣ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਏ। ਵੱਡਾ ਸਾਂਗ ਵਰਤਾਇਆ, ਲਖ ਨਾ ਸਕੈ ਕੁਦਰਤ ਕੋਈ। ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਏ। ਵੱਡਾ ਸਾਂਗ ਵਰਤਾਇਆ, ਲਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ, ਦਰਗਹ ਅੰਦਰ ਲਹਨ ਨਾ ਢੋਈ। ਕੱਚਾ ਰੰਗ ਕੋ ਸੰਭ ਕਾ, ਪਾਣੀ ਧੋਤੈ ਥਿਰ ਨਾਰ ਹੋਈ। ਕਰਨ ਵਖੀਲੀ ਆਪ ਵਿੱਚ, ਰਾਮ ਰਹੀਮ ਕੁਥਾਇ ਖਲੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਕਰਨ ਵਖੀਲੀ ਆਪ ਵਿੱਚ, ਰਾਮ ਰਹੀਮ ਕੁਥਾਇ ਖਲੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅਕਾਲ ਮੂਰਤ ਸ਼ਬਦ ਸਰੂਪ
ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵਚਨਾਂ ਵਿੱਚੋਂ ਅੱਜ ਦੀ ਪੌੜੀ ਸਰਵਣ ਕੀਤੀ ਹੈ, ਜੋ ਕਿ ਅਰਬ ਦੇਸ਼ ਵਿੱਚ ਮੱਕੇ ਦੇ ਮੁਕਾਮ ਤੇ ਟਿਕਾਣੇ ਤੇ ਗੁਰੂ ਨਾਨਕ ਸਾਹਿਬ ਜਦੋਂ ਆਪਣੀ ਪ੍ਰਚਾਰ ਫੇਰੀ ਦੌਰਾਨ ਪਹੁੰਚੇ, ਉਸ ਥਾਂ ਤੇ ਜਿਸ ਵੇਲੇ ਉਸ ਥਾਂ ਦੇ ਰਹਿਣ ਵਾਲੇ ਇੱਕ ਕਾਜੀ ਜੀਵਨ ਨੇ ਹਜ਼ੂਰ ਦੇ ਪੈਰ ਫੜ ਕੇ ਦੂਸਰੇ ਪਾਸੇ ਕੀਤੇ ਤੇ ਭਾਈ ਸਾਹਿਬ ਕਹਿੰਦੇ ਮੱਕਾ ਉਸ ਪਾਸੇ ਵੱਲ ਉਹਨੂੰ ਦਿਸਿਆ। ਇਸ ਤੋਂ ਬਾਅਦ ਫਿਰ ਉਸ ਟਿਕਾਣੇ ਦੇ ਸਾਰੇ ਹੀ ਜਿੰਨੇ ਕਾਜੀ ਔਰ ਮੁੱਲਾ ਸਨ, ਜਿਹੜੇ ਜਿਹੜੇ ਲੋਕ ਉਸ ਥਾਂ ਦੇ ਆਪਣੇ ਆਪ ਨੂੰ ਪ੍ਰਬੰਧਕ ਵਿਦਵਾਨ, ਕੁਰਾਨ ਦੇ ਜਾਣੂ ਔਰ ਧਰਮ ਦੀ ਸਿੱਖਿਆ ਜਿਨ੍ਹਾਂ ਦੇ ਕੋਲ ਉਹ ਸਮਝਦੇ ਸਨ ਸਾਡੇ ਕੋਲ ਹੈ, ਉਹ ਸਾਰੇ ਫਿਰ ਇਕੱਠੇ ਹੋਏ, ਕਿਉਂਕਿ ਇਹ ਬਹੁਤ ਵੱਡਾ ਇੱਕ ਕ੍ਰਿਸ਼ਮਾ ਸੀ ਕਿ ਇੱਕ ਫਕੀਰ ਜਿੱਧਰ ਨੂੰ ਪੈਰ ਕਰਦਾ ਉਧਰ ਨੂੰ ਮੱਕਾ ਹੁੰਦਾ ਹੈ। ਬੜੇ ਹੈਰਾਨ ਹੋਏ ਤੇ ਫਿਰ ਉਹਨਾਂ ਨੇ ਮਿਲ ਕੇ ਗੁਰੂ ਬਾਬਾ ਜੀ ਦੇ ਨਾਲ ਵਿਚਾਰ ਕੀਤੀ, ਗੋਸ਼ਟ ਕੀਤੀ, ਗੱਲਬਾਤ ਕੀਤੀ। ਉਸ ਗੱਲਬਾਤ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਵਾਲ ਸੀ, ਉਹਨਾਂ ਨੇ ਪੁੱਛਿਆ ਵੀ ਦੋਵਾਂ ਵਿੱਚੋਂ ਵੱਡਾ ਕੌਣ ਹੈ। ਇੱਕ ਪਾਸੇ ਉਹ ਮੁਸਲਮਾਨ ਸਨ, ਦੂਜੇ ਪਾਸੇ ਹਿੰਦੂ ਸਨ। ਉਹਨਾਂ ਨੇ ਇੱਕੋ ਹੀ ਸਵਾਲ ਕੀਤਾ ਕਿ ਇਹਨਾਂ ਦੋਵਾਂ ਵਿੱਚੋਂ ਕੌਣ ਵੱਡਾ ਹੈ, ਕਿਉਂਕਿ ਇਹੀ ਜਿਹੜਾ ਦੁਬਿਧਾ ਸੀ, ਇਹਨੂੰ ਵੇਖ ਕੇ ਹੀ ਗੁਰੂ ਸਾਹਿਬ ਨੇ ਇਹ ਉਦਾਸੀਆਂ ਕੀਤੀਆਂ ਸਨ ਕਿ ਧਾਰਮਿਕ ਲੋਕ ਇੱਕ ਦੂਜੇ ਦੇ ਵਿਰੋਧ ਵਿੱਚ, ਇੱਕ ਦੂਜੇ ਦੀ ਈਰਖਾ ਵਿੱਚ ਜਿਉਂਦੇ ਨੇ ਤੇ ਹਰ ਇੱਕ ਫਿਰਕਾ ਆਪਣੇ ਆਪ ਨੂੰ ਦੂਜੇ ਤੋਂ ਵੱਡਾ ਸਿੱਧ ਕਰਦਾ ਹੈ। ਇਹ ਵੀ ਇੱਕ ਰੋਗ ਸੀ ਧਾਰਮਿਕ ਜਗਤ ਦਾ। ਤੇ ਫਿਰ ਕਈ ਵਾਰੀ ਇੱਕ ਮਜ਼ਹਬ ਦੂਜੇ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ, ਦੂਜੇ ਦੇ ਖਾਤਮੇ ਵਾਸਤੇ ਯਤਨ ਕਰਦਾ ਹੈ। ਉਹਨਾਂ ਦੇ ਅੰਦਰਲਾ ਖਿਆਲ ਜਿਹੜਾ ਸੀ, ਜਿਹੜਾ ਪਰਪੱਕ ਕਰ ਦਿੱਤਾ ਗਿਆ ਕਿ ਕੇਵਲ ਪਰਮਾਤਮਾ ਦੀ ਦਰਗਾਹ ਦੇ ਵਿੱਚ, ਰੱਬ ਦੇ ਘਰ ਵਿੱਚ ਕੇਵਲ ਮੁਸਲਮਾਨ ਹੀ ਪ੍ਰਵਾਨ ਹੋ ਸਕਦਾ ਹੈ। ਜਿਵੇਂ ਕਿ ਹਰ ਇੱਕ ਪੱਖ ਦਾ ਜਿਹੜਾ ਵਿਅਕਤੀ ਹੈ, ਉਹ ਇਹ ਸੋਚਦਾ ਹੈ ਕਿ ਮੈਂ ਜਿਹੜੇ ਮਾਰਗ ਤੇ ਜਾ ਰਿਹਾ, ਕੇਵਲ ਇਹ ਹੀ ਪਰਮਾਤਮਾ ਦੇ ਘਰ ਵਿੱਚ ਪ੍ਰਵਾਨਗੀ ਦਾ ਸਾਧਨ ਹੈ, ਇੱਕੋ ਹੀ ਰਾਹ ਹੈ। ਔਰ ਇਸ ਭਰਮ ਵਿੱਚ ਉਹ ਆਪਣੀ ਜ਼ਿੰਦਗੀ ਬਿਤਾਉਣ ਲੱਗ ਪੈਂਦਾ ਹੈ। ਉਹਨੂੰ ਇਸ ਚੀਜ਼ ਦਾ ਇਲਮ ਨਹੀਂ ਹੁੰਦਾ ਕਿ ਉਸ ਵਾਹਿਗੁਰੂ ਦੇ ਘਰ ਵਿੱਚ, ਪਰਮਾਤਮਾ ਦੇ ਘਰ ਵਿੱਚ ਕੇਵਲ ਨਾਮ ਧਰਾਉਣ ਨਾਲ ਜਾਂ ਕੇਵਲ ਕਿਸੇ ਮਜ਼ਹਬ ਦੇ ਵਿੱਚ ਤੁਰਨ ਨਾਲ ਉਹਦੇ ਦਰ ਤੇ ਪ੍ਰਵਾਨਗੀ ਨਹੀਂ। ਉੱਥੇ ਤਾਂ ਉਹ ਹੀ ਪ੍ਰਵਾਨ ਹੋਵੇਗਾ ਜਿਹੜਾ ਆਪਣੇ ਧਰਮ ਦੇ ਦੱਸੇ ਨਿਯਮ ਦੇ ਅਨੁਸਾਰ, ਦੱਸੇ ਹੋਏ ਮਾਰਗ ਦੇ ਅਨੁਸਾਰ ਜ਼ਿੰਦਗੀ ਬਤੀਤ ਕਰੇ। ਤਾਂ ਉੱਥੇ ਵੀ ਇਹ ਵਾਪਰਿਆ। ਮੁਸਲਮਾਨ ਨੂੰ ਆਪਣਾ ਭਰਮ ਸੀ ਕਿ ਜੰਨਤ ਸਿਰਫ ਮੇਰੇ ਵਾਸਤੇ ਹੈ। ਹਿੰਦੂ ਨੂੰ ਆਪਣਾ ਭਰਮ ਸੀ ਕਿ ਬਿਨਾਂ ਵੇਦ ਤੋਂ, ਬਿਨਾਂ ਸ਼ਾਸਤਰ ਤੋਂ ਮੁਕਤੀ ਨਹੀਂ।
ਤੇ ਸਤਿਗੁਰੂ ਇਹਨਾਂ ਦੋਵਾਂ ਨੂੰ ਸਮਝਾਉਣ ਵਾਸਤੇ ਨਿਕਲੇ ਸੀ। ਹਜ਼ੂਰ ਦੇ ਕੋਲ ਸਾਰੇ ਇਕੱਠੇ ਹੋ ਕੇ ਆਏ ਤੇ ਉਸ ਵੇਲੇ ਵਿਦਵਾਨਾਂ ਦੇ ਅਨੁਸਾਰ ਭਾਈ ਗੁਰਦਾਸ ਸਾਹਿਬ ਦੇ ਇਹਨਾਂ ਬਚਨਾਂ ਦੀ ਵਿਆਖਿਆ ਕੀਤੀ ਹੈ ਕਿ ਬਾਬਾ ਜੀ ਦੇ ਕੋਲ ਉਸ ਵੇਲੇ ਇੱਕ ਪੋਥੀ ਸੀ। ਸ਼ਬਦ ਇੱਥੇ ਕਿਤਾਬ ਵਰਤਿਆ, ਕਿਤਾਬ ਦੇ ਅਰਥ ਪੋਥੀ। ਉਹਨਾਂ ਕੋਲ ਇੱਕ ਪੋਥੀ ਸੀ, ਕਿਉਂਕਿ ਪਿਛਲੀ ਕੱਲ ਵਾਲੀ ਪੌੜੀ ਵਿੱਚ ਵੀ ਇਹੀ ਵਚਨ ਆਇਆ, ਆਸਾ ਹੱਥ ਕਿਤਾਬ ਕੱਚ ਕੂਜਾ ਬਾਣ ਮੁਸੱਲਾ ਧਾਰੀ। ਉਹਨਾਂ ਕੋਲ ਇੱਕ ਕਿਤਾਬ ਸੀ, ਇੱਕ ਪੋਥੀ ਸੀ, ਤੇ ਜਦੋਂ ਉਹ ਇਕੱਠੇ ਹੋ ਕੇ ਆਏ ਉਹਨਾਂ ਨੇ ਇਹ ਕਿਹਾ ਵੀ ਆਪ ਜੀ ਆ ਜਿਹੜੀ ਪੋਥੀ ਹੈ ਇਹਨੂੰ ਖੋਲ ਕੇ ਦੱਸੋ, ਇਹਦੇ ਵਿੱਚ ਕੀ ਲਿਖਿਆ ਹੋਇਆ, ਇਹਦੇ ਵਿੱਚ ਕੀ ਦਰਜ ਹੈ। ਤੇ ਸਤਿਗੁਰਾਂ ਨੇ ਕਿਹਾ ਵੀ ਤੁਹਾਡਾ ਸਵਾਲ ਕੀ ਹੈ? ਤੇ ਉਹਨਾਂ ਨੇ ਸਵਾਲ ਕੀਤਾ ਕਿ ਵੱਡਾ ਹਿੰਦੂ ਕਿ ਮੁਸਲਮਾਨ ਹੋਈ। ਹਜ਼ੂਰ ਬੈਠ ਗਏ ਤੇ ਉਹਨਾਂ ਵੱਲ ਤਰਸ ਭਰੀ ਨਜ਼ਰ ਵਿੱਚ ਵੇਖਿਆ। ਸਤਿਗੁਰੂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੀਨ ਵਿੱਚ, ਧਰਮ ਵਿੱਚ ਕਿਹੜਾ ਮਕਸਦ ਲੈ ਕੇ ਤੁਰੇ? ਸਿਰਫ ਵੱਡਾ ਤੇ ਛੋਟਾ ਹੋਣ ਦੀ ਕਹਾਣੀ ਹੈ? ਕੀ ਤੁਹਾਡੇ ਮਜ਼ਹਬ ਵਿੱਚ, ਤੁਹਾਡੇ ਧਰਮ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ, ਕੌਣ ਮਾੜਾ ਹੈ, ਕੌਣ ਚੰਗਾ ਹੈ? ਤੁਸੀਂ ਸਿਰਫ ਬਹਿਸ ਵਿੱਚ ਇੱਕ ਦੂਜੇ ਨਾਲ ਭਿੜਦੇ ਰਹਿੰਦੇ ਹੋ। ਤੁਸੀਂ ਇੱਕ ਦੂਜੇ ਦੇ ਧਰਮ ਦੀ ਆਪਸ ਵਿੱਚ ਬਦਖੋਈ ਕਰਦੇ ਰਹਿੰਦੇ ਹੋ। ਕੀ ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਇਹ ਲਿਖਿਆ ਹੋਇਆ ਹੈ? ਔਰ ਇਸ ਰੋਗ ਤੋਂ ਤਕਰੀਬਨ ਹਰ ਇੱਕ ਧਰਮ ਸਮਾਂ ਪਾ ਕੇ ਇਹਦਾ ਸ਼ਿਕਾਰ ਬਣ ਜਾਂਦਾ ਹੈ। ਉਹ ਆਪਣਾ ਰਾਹ ਛੱਡ ਕੇ, ਜਿਸ ਮਾਰਗ ਤੇ ਉਹਦੇ ਰਹਿਬਰ ਛੱਡ ਕੇ ਤੋਰ ਕੇ ਗਏ ਹੁੰਦੇ ਨੇ, ਉਹ ਸਿਰਫ ਤੇ ਸਿਰਫ ਜਿਹੜੀਆਂ ਵਿੱਚ ਵਿਵਾਦਗ੍ਰਸਤ ਘਟਨਾਵਾਂ ਨੇ, ਕਿਉਂਕਿ ਹਰ ਇੱਕ ਜਿਹੜਾ ਧਰਮ ਚੱਲਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਵਿਵਾਦ ਤੇ ਜ਼ਰੂਰ ਖੜਾ ਹੁੰਦਾ ਹੈ। ਵਿਵਾਦ ਜੇ ਕਹੀਏ ਨਾ ਸਾਰੇ ਮਿਟ ਜਾਣ। ਵੇਖੋ, ਮਜ਼ਹਬ ਤੇ ਇੱਕ ਬੜਾ ਵੱਡਾ ਫੈਲਾਅ ਹੈ, ਧਰਮ ਤੇ ਇੱਕ ਬਹੁਤ ਵੱਡਾ ਫੈਲਾਅ ਹੈ। ਇੱਕ ਪਰਿਵਾਰ ਦੇ ਵਿੱਚ 2, 4, 8, 10 ਮੈਂਬਰ ਹੁੰਦੇ ਨੇ ਤੇ ਤੁਸੀਂ ਵੇਖੋ ਵੀ ਸਾਰੀ ਉਮਰ ਉਸ ਘਰ ਦਾ ਜਿਹੜਾ ਬਜ਼ੁਰਗ ਨੇ, ਵੱਡੇ ਨੇ, ਉਹ ਬੜੀ ਸਿਆਣਪ ਵਰਤ ਕੇ ਜ਼ੋਰ ਲਾਉਂਦੇ ਨੇ ਵੀ ਘਰ ਦੇ ਵਿਵਾਦ ਖਤਮ ਹੋ ਜਾਣ, ਪਰ ਜਿੱਥੇ ਘਰ ਹੈ ਉੱਥੇ ਵਿਵਾਦ ਕੋਈ ਨਾ ਕੋਈ ਜ਼ਰੂਰ ਹੋਵੇ, ਕੋਈ ਨਾ ਕੋਈ ਵੈਰ ਵਿਰੋਧ ਜ਼ਰੂਰ ਹੋਵੇ। ਤੇ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਵੀ ਇਹ ਤਾਂ ਛੋਟਾ ਮੋਟਾ ਚੱਲਦਾ ਰਹਿੰਦਾ, ਤੁਸੀਂ ਆਪਣੇ ਕੰਮ ਵੱਲ ਧਿਆਨ ਕਰੋ, ਆਪਣੇ ਕੰਮ ਵਾਲੇ ਪਾਸੇ ਤੁਰੋ। ਪਰ ਜਿਹੜੇ ਮੂਰਖ ਮੈਂਬਰ ਹੁੰਦੇ ਨੇ ਉਹ ਕਹਿੰਦੇ ਨੇ ਕੰਮ ਫਿਰ ਕਰਾਂਗੇ, ਪਹਿਲਾਂ ਫੈਸਲਾ ਕਰ ਲਈਏ। ਮਜ਼ਹਬਾਂ ਵਿੱਚ ਵੀ ਇਹ ਚੱਲਦਾ ਹੈ, ਹਰ ਇੱਕ ਮਜ਼ਹਬ, ਕਿਉਂਕਿ ਜੇ ਘਰ ਦੇ 10-8 ਮੈਂਬਰ ਉਹਨਾਂ ਦਾ ਵਿਵਾਦ ਕਦੇ ਖਤਮ ਨਹੀਂ ਹੋਇਆ, ਤੇ ਜਿੱਥੇ ਲੱਖਾਂ ਲੋਕ ਇੱਕ ਲਾਈਨ ਤੇ ਤੁਰ ਰਹੇ ਨੇ, ਲੱਖਾਂ ਲੋਕ ਇੱਕ ਮਾਰਗ ਤੇ ਜਾ ਰਹੇ ਨੇ, ਉੱਥੇ ਵਿਵਾਦਾਂ ਦਾ ਹੋਣਾ ਸੁਭਾਵਿਕ ਹੈ, ਕੁਦਰਤੀ ਹੈ, ਹੋਣਗੇ। ਉੱਥੇ ਫਿਰ ਕੀ ਹੁੰਦਾ ਹੈ, ਜਿਹੜੇ ਤੇ ਸਿਆਣੇ ਮਨੁੱਖ ਨੇ ਉਹ ਤੇ ਬਹਿੰਦੇ ਇਹ ਵੇਖਦੇ ਨੇ ਵੀ ਜਿਹੜਾ ਕਰਨ ਵਾਲਾ ਕਾਰਜ ਪੋਜ਼ਿਟਿਵ ਕਾਰਜ ਹੈ, ਉਸਾਰੂ ਕੰਮ ਹੈ ਆਪਣੇ ਧਰਮ ਵਾਸਤੇ, ਜਿਹਦੇ ਕੀਤਿਆਂ ਸਾਡੇ ਧਰਮ ਦੀ ਸ਼ਕਤੀ ਵੱਧਦੀ ਹੈ, ਸਾਡਾ ਮਾਰਗ ਸਿੱਧਾ ਹੁੰਦਾ, ਸਾਫ਼ ਹੁੰਦਾ ਹੈ, ਉਸ ਕੰਮ ਵੱਲ ਧਿਆਨ ਦਿਓ, ਵਿਵਾਦਾਂ ਨੂੰ ਥੋੜ੍ਹਾ ਜਿਹਾ ਸਾਈਡ ਤੇ ਰੱਖੋ। ਪਰ ਜਿਹੜੇ ਉਸ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਮੂਰਖ ਲੋਕ ਹੁੰਦੇ ਨੇ, ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ, ਉਹ ਵਿਵਾਦਾਂ ਦੇ ਝੰਡੇ ਕੱਢ ਦਿੰਦੇ ਨੇ ਤੇ ਕੌਮ ਨੂੰ ਉਲਝਾ ਕੇ ਰੱਖ ਦਿੰਦੇ ਨੇ। ਇਹ ਵੀ ਲੋਕ ਇਸੇ ਤਰ੍ਹਾਂ ਦੇ ਸਨ। ਸਤਿਗੁਰੂ ਨੇ ਕਿਹਾ, ਭਾਈ ਤੁਹਾਡੇ ਕੁਰਾਨ ਵਿੱਚ ਇਸ ਤਰ੍ਹਾਂ ਦੇ ਵਿਵਾਦ ਨਹੀਂ ਲਿਖੇ। ਕੁਰਾਨ ਨੂੰ ਪੜ੍ਹਦਾ ਵੀ ਕੌਣ ਹੈ? ਇਹ ਇੱਕ ਸੱਚਾਈ ਹੈ। ਜਿੰਨੇ ਲੋਕਾਂ ਦੇ ਧਾਰਮਿਕ ਗ੍ਰੰਥ ਨੇ, ਧਾਰਮਿਕ ਗ੍ਰੰਥਾਂ ਨੂੰ ਤੇ ਸਿਰਫ ਰੱਖਿਆ ਹੈ, ਉਹਨਾਂ ਦੇ ਵਿੱਚੋਂ ਕੌਣ ਰੱਖਦਾ ਹੈ? ਕੌਣ ਜਿਹੜਾ ਤੱਤ ਉਪਦੇਸ਼ ਹੈ ਉਹਦੇ ਵਿੱਚੋਂ ਕੌਣ ਕੱਢਦਾ ਹੈ? ਕੌਣ ਸ਼ਾਸਤਰਾਂ ਦੀ ਗੱਲ ਸੁਣਦਾ ਹੈ? ਜੋ ਕੁਝ ਉਹਦੇ ਵਿੱਚ ਸੱਤ ਲਿਖਿਆ ਹੁੰਦਾ, ਉਹਦੇ ਵਿੱਚੋਂ ਕੁਝ ਪੰਕਤੀਆਂ ਕੱਢੀਆਂ ਜਾਂਦੀਆਂ ਨੇ, ਕੁਝ ਵਿਵਾਦ ਕੱਢੇ ਜਾਂਦੇ ਨੇ, ਤੇ ਉਮਤ ਨੂੰ, ਬਹੁ ਗਿਣਤੀ ਨੂੰ ਆਪਸ ਵਿੱਚ ਭਿੜਾ ਦਿੱਤਾ ਜਾਂਦਾ ਹੈ। ਉਸ ਭਿੜਨ ਵਿੱਚ ਕੀ ਹੁੰਦਾ? ਇਹ ਇੱਕ ਰਾਜਨੀਤਿਕ ਸਿਸਟਮ ਹੈ। ਇਹਨੂੰ ਕਹਿੰਦੇ ਨੇ ਇਸ਼ੂ ਪੈਦਾ ਕਰਨਾ ਤੇ ਰਾਜ ਕਰਨਾ।
ਤੁਸੀਂ ਸੁਣਿਆ ਹੋਵੇ ਕਿ ਪੁਰਾਣੀ ਨੀਤੀ ਉਹ ਰਾਜਨੀਤਿਕ ਲੋਕਾਂ ਵਿੱਚ ਚੱਲਦੀ ਸੀ। ਉਹ ਕਿਹੜੀ ਸੀ? ਪਾੜੋ ਤੇ ਰਾਜ ਕਰੋ, ਗਰੁੱਪ ਬਣਨਗੇ ਤਾਂ ਰਾਜ ਹੋਵੇਗਾ। ਤੇ ਮੰਦਭਾਗ ਨਾਲ ਇਹ ਇੱਕ ਰਾਜਨੀਤਿਕ ਮੁਹਾਵਰਾ ਸੀ ਕਿ ਲੋਕਾਂ ਨੂੰ ਪੜ੍ਹਾਓ ਤੇ ਆਪਣਾ ਨਾਮ ਬਣਾਓ ਤੇ ਉਸ ਕੌਮ ਦੇ ਭਾਗ ਵੀ ਮਾੜੇ ਸਮਝੋ। ਜਿਹਦੇ ਧਾਰਮਿਕ ਆਗੂ ਇਹ ਕਰਨ ਲੱਗ ਪੈਣ, ਉਹ ਕਹਿਣ ਵੀ ਲੋਕਾਂ ਨੂੰ ਗਰੁੱਪਾਂ ਵਿੱਚ ਪੜ੍ਹਾ ਦਿਓ ਤੇ ਆਪਣਾ ਨਾਮ ਕਮਾਓ। ਉਸ ਕੌਮ ਦੇ ਵੀ ਦੁਰਭਾਗ ਨੇ। ਸਤਿਗੁਰੂ ਨੇ ਕਿਹਾ, ਨਾ ਤੁਹਾਡੇ ਰਹਿਬਰ ਨੇ ਕਿਹਾ ਹੈ ਕੌਣ ਵੱਡਾ ਸੀ, ਪੁੱਛ ਕੇ ਵੇਖੋ। ਨਾ ਸ਼ਾਸਤਰਾਂ ਨੇ ਕਿਹਾ। ਗੁਰੂ ਅਮਰਦਾਸ ਖੁਦ ਕਹਿੰਦੇ ਨੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਉਹਦੇ ਵਿੱਚੋਂ ਸਿਰਫ ਪਾਪ ਪੁੰਨ ਦੀਆਂ ਬਾਹਰਲੀਆਂ ਚੀਜ਼ਾਂ ਲੈ ਕੇ ਆਪਸ ਵਿੱਚ ਝਗੜਨ ਲੱਗ ਪਏ। ਉਹਨਾਂ ਨੇ ਤੱਤ ਦੀ ਸਾਰ ਨਹੀਂ ਲਈ, ਮਾਰਗ ਤੇ ਨਹੀਂ ਤੁਰੇ। ਸਾਰੇ ਧਰਮਾਂ ਦਾ ਇੱਕੋ ਹੀ ਸ੍ਰੇਸ਼ਟ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ। ਜਿੰਨੇ ਧਰਮ ਨੇ ਨਾ ਦੁਨੀਆ ਦੇ, ਇੱਕ ਨਹੀਂ, ਉਹਨਾਂ ਸਾਰਿਆਂ ਦਾ ਇੱਕ ਸਿਧਾਂਤ ਦਿੱਤਾ ਗਿਆ। ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਸਾਰਿਆਂ ਦਾ ਸਿਧਾਂਤ ਕੀ ਹੈ? ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਰੇ ਧਰਮ ਇਕੱਠੇ ਕਰੋ, ਸਾਰੇ ਜਿਹੜੇ ਧਰਮ ਦੇ ਤੱਤ ਇਕੱਠੇ ਕਰੋ ਤੇ ਉਹਦੇ ਵਿੱਚੋਂ ਕੀ ਨਿਕਲੇਗਾ? ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਇੱਕ ਧਰਮ ਦਾ ਤੱਤ ਇਹ ਕਹੇਗਾ, ਆਪਣੇ ਕੰਮਾਂ ਨੂੰ ਉਜਲ ਕਰੋ ਤੇ ਵਾਹਿਗੁਰੂ ਦਾ ਨਾਮ ਜਪੋ, ਉਹਦੇ ਨਾਲ ਸਾਂਝ ਪਾਓ, ਉਹਦੇ ਨਾਲ ਜੋੜ ਪਾਓ। ਇਹ ਦੋ ਹੀ ਤੇ ਕਾਰਜ ਨੇ। ਪਰ ਵੇਖੋ, ਇਹਦੀ ਕਦੀ ਵਿਆਖਿਆ ਕਿਸੇ ਧਰਮ ਵਿੱਚ ਬਹੁਤੀ ਹੁੰਦੀ ਨਾ। ਤੇ ਕਰਮਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਕਿ ਮਨੁੱਖ ਦੀ ਕਰਤੂਤ ਕਿਵੇਂ ਦੀ ਹੈ, ਉਹਦਾ ਵਿਹਾਰ ਕਿਵੇਂ ਦਾ, ਉਹ ਵਿਚਰਦਾ ਕਿਵੇਂ ਹੈ, ਉਹਦਾ ਜੀਵਨ ਨਹੀਂ ਤੋਲਿਆ ਜਾਂਦਾ। ਤੇ ਨਾ ਪਰਮਾਤਮਾ ਨਾਲ ਜੁੜਨ ਦੀ ਕਿਤੇ ਵਿਆਖਿਆ ਚੱਲਦੀ, ਕਿਤੇ ਥੋੜੇ ਥਾਵਾਂ ਤੇ, ਨਹੀਂ ਤੇ ਆਮ ਤੌਰ ਤੇ ਸਾਰੇ ਧਰਮ ਇੱਕ ਦੂਜੇ ਦੇ ਧਾਰਮਿਕ ਚਿੰਨ੍ਹਾਂ ਦੀ ਵਿਰੋਧਤਾ ਕਰੀ ਜਾਂਦੇ ਨੇ, ਇੱਕ ਦੂਜੇ ਨਾਲ ਵਿਰੋਧ ਕਰੀ ਜਾਂਦੇ ਨੇ, ਇਹਦੇ ਵਿੱਚ ਭਟਕ ਜਾਂਦੇ ਨੇ, ਸਮਾਂ ਖਰਾਬ ਕਰ ਲੈਂਦੇ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਸੇ ਪਾਸੇ ਤੁਰ ਪੈਂਦੀਆਂ। ਇਸ ਕਰਕੇ ਜਦੋਂ ਬਾਬਾ ਜੀ ਕੋਲੇ ਸਾਰੇ ਇਕੱਠੇ ਹੋ ਕੇ ਆਏ ਤੇ ਸਤਿਗੁਰੂ ਨੇ ਕਿਹਾ, ਤੁਹਾਡਾ ਸਵਾਲ ਕੀ ਹੈ? ਤੇ ਸਵਾਲ ਉਹਨਾਂ ਨੇ ਇਹ ਕੀਤਾ ਵੀ ਅਸੀਂ ਵੱਡੇ ਹਾਂ ਕਿ ਹਿੰਦੂ ਵੱਡੇ? ਹਜ਼ੂਰ ਨੇ ਕਿਹਾ, ਮਨੁੱਖ ਦੀ ਤਸਵੀਰ ਉਹਦੇ ਸਵਾਲ ਤੋਂ ਸਾਹਮਣੇ ਆ ਜਾਂਦੀ ਹੈ। ਉਹ ਕਿਹੜੀ ਦੁਨੀਆ ਦਾ ਵਸਨੀਕ ਹੈ, ਉਹ ਕਿਹੜੀ ਥਾਂ ਤੇ ਉਹਦਾ ਅੰਦਰ ਥਾਂ ਮਨ ਕਿੱਥੇ ਖੜਾ ਹੈ। ਉਹਦੀ ਤਸਵੀਰ ਨੂੰ ਲੱਭਣਾ ਹੋਵੇ ਤਾਂ ਉਹਦੇ ਸਵਾਲ ਵਿੱਚੋਂ ਫੜੀ ਜਾਂਦੀ, ਕਿਵੇਂ ਦਾ ਉਹਦਾ ਮਨ ਹੈ, ਉਹਦੀ ਸਥਿਤੀ ਕਿਵੇਂ ਦੀ ਹੈ। ਤੁਹਾਡਾ ਸਵਾਲ ਇੰਨੀ ਦੂਰ ਤੁਸੀਂ ਆਏ, ਤੁਸੀਂ ਪਤਾ ਨਹੀਂ ਕਿਹੜੇ ਥਾਂ ਤੋਂ ਆਏ, ਕਿਉਂਕਿ ਮੱਕਾ ਜਿਹੜਾ ਸਾਊਦੀ ਅਰਬ ਵਿੱਚ ਅੱਜ ਪੈਂਦਾ, ਕਿੱਥੋਂ ਕਿੱਥੋਂ ਹਿੰਦੁਸਤਾਨ ਤੋਂ ਤੁਸੀਂ ਆਏ ਹੋ, ਤੁਹਾਡੇ ਇਲਾਕੇ ਬੜੀ ਦੂਰ ਨੇ। ਕਹਿੰਦੇ ਕਮਾਲ ਦੀ ਗੱਲ, ਤੁਸੀਂ ਇੰਨੀ ਦੂਰੋਂ ਆਏ ਪਰ ਤੁਹਾਡੇ ਸਵਾਲ ਕੋਈ ਨਹੀਂ ਬਦਲੇ। ਸਵਾਲ ਤੁਹਾਡੇ ਉਹੀ, ਗੱਲਾਂ ਉਹੀ ਨੇ। ਧਰਮ ਦੀ ਯਾਤਰਾ ਇੱਕ ਸ਼ਬਦ ਵਰਤਿਆ ਜਾਂਦਾ ਹੈ, ਵੈਸੇ ਧਰਮ ਹੈ ਹੀ ਯਾਤਰਾ। ਯਾਤਰਾ ਦਾ ਮਤਲਬ ਹੈ ਕਿ ਇੱਕ ਥਾਂ ਨੂੰ ਛੱਡਣਾ ਤੇ ਦੂਜੇ ਥਾਂ ਤੇ ਜਾਣਾ, ਯਾਤਰਾ ਉਹਨੂੰ ਕਹਿੰਦੇ ਨੇ। ਤੁਸੀਂ ਆਪਣੇ ਘਰ ਛੱਡ ਕੇ ਇੱਥੇ ਆਏ ਹੋ, ਮੱਕੇ ਦੇ ਹੱਜ ਤੇ ਆਏ ਯਾਤਰਾ ਤੇ। ਸਰੀਰ ਤੇ ਥਾਂ ਬਦਲ ਗਿਆ ਹੈ, ਸਰੀਰ ਤੇ ਤੁਸੀਂ ਆਪਣਾ ਪਿੰਡ ਛੱਡ ਕੇ ਤੇ ਸਫ਼ਰ ਤੈਅ ਕਰਕੇ, ਯਾਤਰਾ ਕਰਕੇ, ਮੀਲਾਂ ਦਾ ਪੰਧ ਤੈਅ ਕਰਕੇ ਤੁਸੀਂ ਇੱਥੇ ਆ ਗਏ। ਸਰੀਰ ਥਾਂ ਬਦਲ ਗਿਆ, ਤੁਹਾਡੀ ਸੁਰਤ ਨੇ, ਤੁਹਾਡੇ ਮਨ ਨੇ ਥਾਂ ਕੋਈ ਨਹੀਂ ਬਦਲਿਆ, ਉਹ ਤੇ ਉੱਥੇ ਦਾ ਉੱਥੇ ਖੜਾ। ਔਰ ਇਹ ਯਾਤਰਾ ਸ਼ਬਦ ਦਿੱਤਾ ਹੀ ਤਾਂ ਗਿਆ। ਜਿੰਨੇ ਧਾਰਮਿਕ ਧਰਮ ਹੋਏ ਨੇ ਉਹਨਾਂ ਨੇ ਆਪਣੇ ਧਰਮ ਨੂੰ ਯਾਤਰਾ ਦਿੱਤੀ, ਕੋਈ ਸ਼ੱਕ ਨਹੀਂ। ਗੁਰੂ ਸਾਹਿਬ ਭਾਵੇਂ ਕਿੰਨੇ ਤਰਕ ਵਿੱਚ ਗਏ, ਭਾਵੇਂ ਕਿੰਨਾ ਗਿਆਨ ਦਿੱਤਾ, ਔਰ ਇਹ ਕਿਹਾ ਕਿ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ। ਅੰਦਰ ਤੇਰੇ ਤੀਰਥ ਹੈ, ਅੰਦਰ ਹੀ ਤੇਰੇ ਹਰਮੰਦਰ ਹੈ, ਤੇਰੇ ਵਿੱਚ ਹੀ ਸਾਰਾ ਕੁਝ। ਇਹ ਕਿਹਾ ਬਾਣੀ ਵਿੱਚ, ਕੋਈ ਸ਼ੱਕ ਨਹੀਂ। ਪਰ ਸਤਿਗੁਰੂ ਨੇ ਵੀ ਵੱਖਰੇ ਤੌਰ ਤੇ ਇੱਕ ਲੀਹ ਤੋਰੀ ਕਿ ਸਿੱਖ ਜਗਤ ਨੂੰ ਸਿੱਖ ਅਸਥਾਨ ਦਿੱਤੇ ਨੇ, ਔਰ ਉਹਨਾਂ ਤੇ ਸਿੱਖ ਯਾਤਰਾ ਕਰਦਾ ਹੈ, ਦਰਸ਼ਨ ਕਰਦਾ ਹੈ। ਅਰਦਾਸ ਵਿੱਚ ਰੋਜ਼ ਉਹਨਾਂ ਥਾਵਾਂ ਦੇ ਨਾਮ ਲੈ ਜਾਂਦੇ ਨੇ।
ਉਹ ਕਿਉਂ ਦਿੱਤੇ ਗਏ? ਉਹਦਾ ਮਤਲਬ ਸਿਰਫ ਇੰਨਾ ਸੀ ਕਿ ਘਰ ਛੱਡ ਕੇ ਸਰੀਰ ਕਿਤੇ ਦੂਰ ਜਾਏਗਾ, ਕਿਤੇ ਇਹਦੀ ਸੁਰਤ ਵੀ ਨਿਕਲ ਜਾਏ ਘਰ ਵਿੱਚੋਂ, ਕੰਮ ਵਿੱਚੋਂ, ਕਿਤੇ ਇਹਦੀ ਸੁਰਤ ਇੱਕ ਥਾਂ ਨੂੰ ਛੱਡੇ ਤੇ ਦੂਜੇ ਥਾਂ ਤੇ ਲੱਗੇ। ਕਿਉਂਕਿ ਜਿੰਨਾ ਚਿਰ ਅਸੀਂ ਅੰਦਰੋਂ ਥਾਂ ਨਹੀਂ ਬਦਲਦੇ, ਸੁਭਾਅ ਨਹੀਂ ਬਦਲਦੇ, ਉਹਨਾਂ ਚਿਰ ਧਰਮ ਸਾਡੇ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਜਿਸ ਵੇਲੇ ਇਹਨਾਂ ਨੇ ਪੁੱਛਿਆ ਕਿ ਕੌਣ ਵੱਡਾ ਹੈ, ਹਿੰਦੂ ਹੈ ਕਿ ਮੁਸਲਮਾਨ, ਤੇ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ। ਥੋੜਾ ਸਮਾਂ ਆਪਾਂ ਉਸ ਸ਼ਬਦ ਦੇ ਉੱਤੇ ਵਿਚਾਰ ਕਰਨੀ। ਹਜ਼ੂਰ ਦਾ ਇੱਕ ਜਵਾਬ ਸੀ, ਕਹਿਣ ਲੱਗੇ ਜੇ ਤੇ ਅਮਲ ਸ਼ੁਭ ਹੈ ਫਿਰ ਤੇ ਹਿੰਦੂ ਵੀ ਪ੍ਰਵਾਨ, ਫਿਰ ਮੁਸਲਮਾਨ ਵੀ ਪ੍ਰਵਾਨ, ਤੇ ਜੇ ਅਮਲ ਖੋਟੇ ਹਨ, ਨਾ ਉਹਦੇ ਘਰ ਵਿੱਚ ਮੁਸਲਮਾਨ ਨਾ ਉਹਦੇ ਘਰ ਵਿੱਚ ਹਿੰਦੂ, ਤੇ ਭਾਵੇਂ ਕਿਹੜੇ ਮਜ਼ਹਬ ਦਾ ਮਨੁੱਖ ਹੋਵੇ, ਜੇ ਉਹਦੇ ਅਮਲਾਂ ਵਿੱਚ ਨੁਕਸ ਹੈ ਤੇ ਉਹਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਇਹ ਅਮਲ ਕਿਹੜੀ ਚੀਜ਼ ਹੈ? ਅਮਲ ਸ਼ਬਦ ਜਿਹੜਾ ਨਾ, ਵੈਸੇ ਜਿਹੜੇ ਮਨੁੱਖ ਨਸ਼ਾ ਕਰਦੇ ਨੇ ਉਹਦੇ ਨਾਲ ਅਮਲ ਸ਼ਬਦ, ਉਹਨੂੰ ਆਪਾਂ ਅਮਲੀ ਕਹਿੰਦੇ। ਅਮਲੀ ਦਾ ਮਤਲਬ ਅਮਲ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਸ਼ਬਦ ਆਇਆ, ਅਮਲੀ ਅਮਲ ਨਾ ਅੰਬੜਾ ਮੱਛੀ ਨੀਰ ਨਾ ਹੋ। ਅਮਲ ਕਿਹੜੀ ਚੀਜ਼ ਹੈ? ਤੇ ਇੱਧਰ ਕਹਿੰਦੇ ਨੇ ਅਮਲਾਂ ਤੋਂ ਬਿਨਾਂ ਮਨੁੱਖ ਕਿਸੇ ਕੰਮ ਦਾ ਨਹੀਂ। ਅਮਲ ਦਾ ਅਰਥ ਹੈ ਕਿ ਜਿਹੜਾ ਨਸ਼ਾ ਉਹਨੇ ਸਾਹਮਣੇ ਅੱਖਾਂ ਨਾਲ ਵੇਖਿਆ, ਉਹਨੂੰ ਆਪਣੇ ਮੂੰਹ ਵਿੱਚ ਪਾ ਕੇ ਗਲੇ ਦੇ ਰਾਹੀਂ ਅੰਦਰ ਖਿੱਚ ਲਵੇ, ਉਹਨੂੰ ਕਹਿੰਦੇ ਨੇ ਅਮਲੀ ਹੋ ਗਿਆ। ਇਹ ਅਮਲੀ ਹੈ। ਜਿਵੇਂ ਨਸ਼ੇ ਦਾ ਅਮਲੀ ਹੈ ਨਾ, ਇਸੇ ਤਰ੍ਹਾਂ ਸੱਚ ਦਾ ਵੀ ਇੱਕ ਅਮਲੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਅਮਲੀ ਸ਼ਬਦ ਦਾ ਇਕੱਲੇ ਨਸ਼ੇ ਨਾਲ ਸੰਬੰਧ ਨਹੀਂ। ਆਪਾਂ ਕਹਿ ਦਿੰਦੇ ਫਲਾਣਾ ਬੰਦਾ ਅਮਲੀ, ਇੱਕ ਨਾਮ ਪਰ ਚਲਤ ਹੋ ਗਿਆ। ਅਮਲੀ ਕਿਸੇ ਵੀ ਚੀਜ਼ ਦਾ, ਅਮਲੀ ਦਾ ਮਤਲਬ ਹੈ ਕਿ ਇਹ ਵਿਅਕਤੀ ਜਿਹੜੀ ਚੀਜ਼ ਬਾਰੇ ਜਾਣਦਾ ਹੈ, ਉਹਨੂੰ ਇਹਨੇ ਆਪਣੇ ਅੰਦਰ ਲੰਘਾ ਲਿਆ, ਹੁਣ ਇਹ ਅਮਲੀ ਬਣ ਗਿਆ। ਸਾਹਮਣੇ ਨਸ਼ਾ ਪਿਆ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਤੇ ਸਮਝਾਉਣ ਦਾ ਯਤਨ ਕੀਤਾ। ਜਦੋਂ ਗੁਰਸਿੱਖਾਂ ਨੇ ਇਹ ਸਵਾਲ ਕੀਤਾ ਜਿਹੜਾ ਅੱਜ ਸਾਡਾ ਸਵਾਲ ਹੈ, ਉਹਨਾਂ ਨੇ ਵੀ ਪੁੱਛਿਆ ਕਿ ਅਸੀਂ ਬਾਣੀ ਪੜ੍ਹਨੇ ਆ, ਅਸੀਂ ਨਿਤਨੇਮ ਕਰਨੇ ਆ, ਅਸੀਂ ਨਾਮ ਜਪਣੇ ਆ, ਅਸੀਂ ਸੇਵਾ ਵੀ ਕਰਨੇ ਆ, ਯਥਾ ਯੋਗ ਸਭ ਕੁਝ ਕਰੀਦਾ ਜੋ ਕੁਝ ਤੁਸੀਂ ਦੱਸਿਆ, ਪਰ ਸਾਡੀ ਜ਼ਿੰਦਗੀ ਵਿੱਚ ਕੋਈ ਆਨੰਦ ਨਹੀਂ ਹੈ, ਕੋਈ ਬਖਸ਼ਿਸ਼ ਨਹੀਂ, ਕੋਈ ਕਿਰਪਾ ਨਹੀਂ। ਹੁਣ ਇਹ ਜਿਹੜਾ ਸਵਾਲ ਹੈ, ਜਿਹਦਾ ਜਵਾਬ ਨਾ ਦਿੱਤਾ ਜਾਏ ਤੇ ਧਰਤੀ ਨਾਸਤਿਕ ਹੋ ਜਾਏਗੀ। ਇਹਦਾ ਮਤਲਬ ਹੋਵੇਗਾ ਧਰਮ ਕੁਝ ਵੀ ਨਹੀਂ ਹੈ। ਜੇ ਇਹ ਸਵਾਲ ਬੰਦੇ ਦੇ ਮਨ ਵਿੱਚ ਗਹਿਰਾ ਹੋ ਜਾਏ ਕਿ ਮੈਂ ਧਰਮ ਦੇ ਸਾਰੇ ਕੰਮ ਬਿਲਕੁਲ ਠੀਕ ਕੀਤੇ ਨੇ, ਪਰ ਉਹਨਾਂ ਕੰਮਾਂ ਨਾਲ ਮੈਨੂੰ ਫਰਕ ਕੋਈ ਨਹੀਂ ਪਿਆ, ਜੇ ਉਹਦਾ ਜਵਾਬ ਨਾ ਦਿੱਤਾ ਜਾਏ ਤੇ ਉਹ ਮਨੁੱਖ ਇੱਕ ਦਿਨ ਨਾਸਤਿਕ ਹੋ ਜਾਏਗਾ। ਇੱਕ ਦਿਨ ਜਵਾਬ ਦੇ ਜਾਏਗਾ, ਨਾ ਦੇਗਾ ਤੇ ਵਿੱਚੇ ਵਿੱਚ ਢੱਕ ਕੇ ਫਿਰੇਗਾ ਉਸ ਨਾਸਤਿਕਤਾ। ਉਹਨੂੰ ਜਵਾਬ ਚਾਹੀਦਾ ਹੈ। ਤਾਂ ਉਸ ਵੇਲੇ ਜਦੋਂ ਸਤਿਗੁਰਾਂ ਤੋਂ ਜਵਾਬ ਮੰਗਿਆ, ਹਜ਼ੂਰ ਨੇ ਵੇਖਿਆ ਜੇ ਇਹਨਾਂ ਨੂੰ ਬੋਲ ਕੇ ਜਵਾਬ ਦਿੱਤਾ, ਇਹਦੇ ਨਾਲ ਇਹਨਾਂ ਦਾ ਹੱਲ ਨਹੀਂ, ਕਿਉਂਕਿ ਇਹ ਬੋਲਦੇ ਤੇ ਸਭ ਕੁਝ ਪਹਿਲਾਂ ਹਨ, ਪੜ੍ਹਦੇ ਨੇ, ਸਵੇਰੇ ਉੱਠਦੇ ਨੇ, ਸਭ ਕੁਝ ਕਰਦੇ ਨੇ, ਪਰ ਸਵਾਲ ਇਹਨਾਂ ਦਾ ਇਹ ਹੈ ਫਰਕ ਨਹੀਂ ਪੈਂਦਾ। ਤੇ ਇੱਕ ਦਿਨ ਬਾਹਰ ਨਿਕਲੇ, ਬਾਹਰ ਜਾ ਰਹੇ ਸਨ, ਤੇ ਕਹਿੰਦੇ ਬਾਹਰ ਜਦੋਂ ਗਏ ਰਸਤੇ ਵਿੱਚ ਸ਼ਿਕਾਰ ਕਰਦਿਆਂ, ਘੋੜੇ ਭਜਾਉਂਦਿਆਂ, ਉਸ ਅਭਿਆਸ ਦੇ ਵਿੱਚ ਜਦੋਂ ਪਿਆਸ ਲੱਗੀ, ਇੱਕ ਥਾਂ ਤੋਂ ਪਾਣੀ ਲੱਭਿਆ, ਬਹੁਤ ਪਿਆਸ ਲੱਗੀ ਹੋਈ ਸੀ ਉਹਨਾਂ ਨੂੰ। ਸਤਿਗੁਰਾਂ ਨੇ ਜਦੋਂ ਪਾਣੀ ਪੀਣ ਲੱਗੇ ਨਾ, ਸਿੰਘ ਕਹਿਣ ਲੱਗੇ ਪੀਣਾ ਨਹੀਂ, ਕਿਸੇ ਮੂੰਹ ਵਿੱਚ ਪਾ ਕੇ ਵਾਪਸ ਕਰੋਲੀ ਕਰ ਦਿਓ, ਗਲੇ ਤੋਂ ਥੱਲੇ ਨਹੀਂ ਜਾਣ ਦੇਣਾ, ਬਸ ਮੂੰਹ ਵਿੱਚ ਪਾਓ ਤੇ ਵਾਪਸ ਕਰ ਦਿਓ, ਗਲੇ ਤੋਂ ਥੱਲੇ ਨਹੀਂ ਜਾਣ ਦੇਣਾ। ਤੇ ਗੁਰਸਿੱਖਾਂ ਨੇ ਉਸੇ ਤਰ੍ਹਾਂ ਕੀਤਾ ਤੇ ਫਿਰ ਉਹਨਾਂ ਅਰਦਾਸ ਕੀਤੀ, ਮਹਾਰਾਜ ਇਹ ਪਾਣੀ ਗਲੇ ਤੋਂ ਥੱਲੇ ਜੇ ਗਿਆ ਨਾ ਤੇ ਪਿਆਸ ਕਿਵੇਂ ਬੁਝੇਗੀ? ਹਜ਼ੂਰ ਕਹਿੰਦੇ ਹੋ ਸਕਦਾ ਮੂੰਹ ਵਿੱਚ ਪਾਇਆ ਪਿਆਸ ਬੁਝ ਜਾਏ, ਕਿਉਂਕਿ ਮੂੰਹ ਵਿੱਚ ਪਾ ਰਹੇ ਉਹ ਸਰੀਰ ਦਾ ਅੰਗ ਹੀ ਹੈ ਨਾ। ਉਹਨਾਂ ਕਿਹਾ ਨਹੀਂ ਮਹਾਰਾਜ, ਜਿੰਨਾ ਚਿਰ ਗਲੇ ਤੋਂ ਥੱਲੇ ਨਾ ਲੱਥਾ ਸਾਨੂੰ ਸ਼ਾਂਤੀ ਕੋਈ ਨਹੀਂ ਆਉਣੀ। ਹਜ਼ੂਰ ਨੇ ਕਿਹਾ ਤੁਹਾਡੇ ਸਵਾਲ ਦਾ ਜਵਾਬ ਇਹ ਹੈ, ਤੁਸੀਂ ਪੁੱਛਿਆ ਸੀ ਸਭ ਕੁਝ ਕਰਨੇ ਆ, ਕਰਦੇ ਸਭ ਕੁਝ ਹੋ, ਪਰ ਗਲੇ ਤੋਂ ਉੱਤੇ ਉੱਤੇ ਹੁੰਦਾ ਹੈ, ਗਲੇ ਤੋਂ ਥੱਲੇ ਕੁਝ ਨਹੀਂ ਜਾਂਦਾ।
पानी गले तो थले गया तो प्यास ना बुझे, सवाल ही कोई नहीं है। धर्म गले तो थले जाए बंदे नूं फर्क ना पवे, कोई सवाल ही कोई नहीं है। धर्म गले तो थले गया ही। इस करके दो ही ते ये अमल शब्द जिहड़ा है, इहदा मतलब जिवें एक अमली नशे बारे जानदा है, वो नशे नूं तली ते रख लैंदा है, ਉਹਦੇ बारे पढ़ भी लैंदा कि ये अफीम किस चीज़ की बनती है, ये शराब किहड़ी चीज़ां मिला के बनाया जाता, सब जान लवे, वो तली ते रख के बैठा रहे, वो सारा लैसन सीख लवे भी ये नशा किवें तैयार किया गया, इत्थों तक कि वो अपनी जीभ ते भी रख लै, अपने मूँह विच भी पा लै, पर जो मूँह विच पा के उन्हें वापस कर दिता, उस नशे ने उहदे उत्ते असर नहीं करना, प्रभाव नहीं पाएगा। अमली कहते ही उन्होंने जिहड़ा गले तो थले लंघा जाए तो फिर उहदे असर दे नाल मतवाला हो। हजूर ने कहा तुसी जो कुछ पढ़िया वो सिर्फ सिक्ख्या है, ख्याल करना ये चीज़ सानू चोट मारेगी बहुत ज़्यादा। जिहड़ी चीज़ सतगुरां ने उन्हां काजी ते मुलावां नूं कही है, ये सच जानो, जे असी सुनांगे तो साडे हंकार नूं सट वजेगी, क्योंकि जिहड़ा कम काजियां ने कीता सी, पढ़िया उन्होंने भी सी, अर्थ उन्होंने भी सीखे सन, ज्ञान उन्होंने कोल भी है सी, पर सतगुरु ने सीधी चोट मारी, कह लगे इत्थों तक सीमित रह गए, जिंदगी विच नूं उतारिया ते है नहीं, अमल विच लिआंदा नहीं। इस करके फर्क नहीं पिया। ये बहुत बड़ा हंकार नूं चोट मारन दा तरीका है। सतगुरु ने कहा अमल तो बिना, जिसनूं तुसीं पढ़िया ਉਹਨੂੰ ਤੁਸੀਂ अंदर कमाया नहीं, ਉਹਨੂੰ लागू नहीं किया जीवन के उत्ते, जिन्हों ਤੁਸੀਂ सुनिया ਉਹਨੂੰ जीवन ਵਿੱਚ करके नहीं वेख्या, ਜਿਹਦੇ बारे ਤੁਸੀਂ बोलिया है, ਜਿਹਦੇ बारे ਤੁਸੀਂ सिक्ख्या है, ਜਿਹੜੇ ਥਾਵਾਂ ਤੇ ਤੁਸੀਂ गए हो, ਉਹਨੂੰ केवल एक ਕੰਨ ਵਿੱਚੋਂ पा के दूजे ਵਿੱਚੋਂ ਕੱਢੀ गए हो, ਉਹਨੂੰ ਹਿਰਦੇ तक जान नहीं दिता। इस करके वो काम किवें करे, इस करके दोवां नूं ही दरगाह दे विच रोना पएगा। और ये संबंध में सतगुरां ने एक शब्द भी उचारिया, मैं अमल के शब्द के संबंध में बेनती कर रहा। अमल का अर्थ है ਜਿਹੜੀਆਂ चीज़ां असी सिखियां ने, ਜਿਹੜੀਆਂ गल्लां असी सुनिया ने, जिन्ना चिर उन्हां नूं जा के करते नहीं, उन्ना चिर असी अमल ते नहीं तुरे, उन्ना चिर असी बाहरला हिस्सा चुके हैं, बाहरले हिस्से विच गए हाँ। इनू दो हिस्सियां विच विद्वाना ने वंडिया है। एक धर्म है जिहड़ा मनुख दे सिर्फ रसना ते माइंड विच मन विच घुमदा है, ते एक धर्म है जिहड़ा मन दे राहीं ते रसना दे राहीं उहदी आत्मा विच प्रवेश कर जांदा है। दो हिस्से। सन्मुख सिख दी परिभाषा भी ये कीती, ਉਹਦੇ ਤੋਂ ਅੱਗੇ ਜਾ ਕੇ ਸਿੱਖੀ ਸ਼ੁਰੂ ਹੁੰਦੀ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਕਿਉਂਕਿ ਇਹ ਸਵਾਲ ਜਿਹੜੇ ਅੱਜ ਅਸੀਂ ਕਰਨੇ ਆ ਉਦੋਂ ਵੀ ਚੱਲਦੇ ਸਨ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਦੋਂ ਕਿਸੇ ਪੁੱਛਿਆ ਵੀ ਜੋ ਕੋਈ ਤੁਸੀਂ ਕਹਿੰਦੇ ਹੋ ਅਸੀਂ ਸੁਣਿਆ, ਅਸੀਂ ਸਮਝਿਆ, ਸਭ ਕੁਝ ਹੈ, ਪਰ ਹੁੰਦਾ ਨਹੀਂ ਕੁਝ, ਅੰਦਰ ਠੰਡ ਨਹੀਂ ਵਰਤਦੀ, ਤੇ ਸਤਿਗੁਰੂ ਨੇ ਇੱਕ ਪੌੜੀ ਕਹਿ ਦਿੱਤੀ, ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮੇ ਸੰਭਾਲੇ। ਆ ਕਿੰਨੇ ਸ਼ਬਦ ਉਹਨਾਂ ਨੂੰ ਬਦਲਨੇ ਪਏ ਵੱਖਰੇ ਵੱਖਰੇ। ਪਹਿਲਾਂ ਕਹਿੰਦੇ ਨੇ ਜਿਉ ਰਹੇ ਗੁਰ ਨਾਲੇ, ਫਿਰ ਕਹਿੰਦੇ ਨੇ ਹਿਰਦੈ ਤੇ ਆਏ, ਫਿਰ ਕਹਿੰਦੇ ਨੇ ਅੰਤਰ ਆਤਮਾ। ਅੱਗੇ ਦੀ ਅੱਗੇ ਚੱਲਦੇ ਗਏ, ਇੱਕ ਥਾਂ ਤੇ ਨਹੀਂ। ਕਿਉਂਕਿ एक थां ते जे पहले थां ते केवल मन विच रहा ते अंदर किसी चीज़ ने जाना ही नहीं। अमल दा थां मनुख दे अंदर है। फिर कहते आप छड़ सदा रहे परना, गुर बिन अवर न जाने कोई, कहे नानक सुनो संतो सो सिख सन्मुख होए। हिरदे विच चला गया, अमल शुरू हो गया। एक होर शब्द साझा करते हैं ताकि इस चीज़ की साडे मन विच समझ आ जाए। शायद असी भरम विच, भुलेखे विच, सिर्फ ते सिर्फ मूँह विच रोटी चबाते रहे और वो जीवन का उस शरीर का अंग ना बन सकी। मूँह विच घूमती रही, पेट विच गई नहीं, ना वह खून बनया,
ਗਿਆਨ ਸਾਡੇ ਦਿਮਾਗ ਵਿੱਚ ਘੁੰਮਦਾ ਰਿਹਾ, ਗਿਆਨ ਸਾਡੀ ਸਿਮਰਤੀ ਵਿੱਚ, ਸਾਡੀ ਯਾਦਾਸ਼ਤ ਵਿੱਚ ਘੁੰਮਦਾ ਰਿਹਾ। ਗੁਰੂ ਦੀਆਂ ਗੱਲਾਂ ਸਾਨੂੰ ਸਿਰਫ ਯਾਦ ਕਰਾ ਦਿੱਤੀਆਂ ਗਈਆਂ, ਉਹਨਾਂ ਨੂੰ ਅਸੀਂ ਜੀਵਨ ਵਿੱਚ ਕਮਾਇਆ ਨਹੀਂ, ਉਹ ਹੋਰ ਬੋਝ ਬਣ ਗਏ। ਧਿਆਨ ਦੇਣਾ, ਇਹ ਚੀਜ਼ਾਂ ਥੋੜ੍ਹੀਆਂ ਜੀਆਂ ਕੌੜੀਆਂ ਨੇ, ਖਿਆਲ ਰੱਖਣਾ। ਕੌੜੀਆਂ ਵੀ ਹੋਣਗੀਆਂ ਤੇ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਨਹੀਂ ਇੰਨੀ ਜਲਦੀ, ਬੜੇ ਘੱਟ ਥਾਵਾਂ ਤੋਂ ਮਿਲਣਗੀਆਂ, ਕਿਉਂਕਿ ਕਿਹੜਾ ਬੰਦਾ ਖਤਰਾ ਮੁੱਲ ਲਵੇ, ਕਿਹੜਾ ਬੰਦਾ ਕਿਸੇ ਨੂੰ ਨਾਰਾਜ਼ ਕਰੇ, ਕਿਹੜਾ ਇਹ ਗੁਨਾਹ ਕਰੇ। ਬੁਲਾਰੇ ਦਾ ਲੋਕਾਂ ਨੂੰ ਖੁਸ਼ ਕਰਨ ਦਾ ਤੇ ਇੱਕੋ ਹੀ ਤਰੀਕਾ ਹੁੰਦਾ ਵੀ ਜਿਹੜੀ ਸਭਾ ਬੈਠੀ ਹੈ ਦੂਸਰਿਆਂ ਨੂੰ ਬੁਰਾ ਭਲਾ ਕਹੀਏ ਤੇ ਉਹ ਖੁਸ਼ ਹੁੰਦੇ ਨੇ। ਇਹ ਤਾਂ ਤਰੀਕਾ ਹੈ, ਇਹ ਬਹੁਤ ਵਧੀਆ ਤਰੀਕਾ ਹੈ। ਬਹੁਤਾਤ ਨੂੰ ਖੁਸ਼ ਕਰਨ ਦਾ ਇਹ ਤਰੀਕਾ ਹੈ ਕਿ ਜੇ ਤੁਸੀਂ ਮੁਸਲਮਾਨਾਂ ਵਿੱਚ ਗਏ ਹੋ, ਤੁਸੀਂ ਹਿੰਦੂ ਨੂੰ ਗਲਤ ਕਹੋ, ਉਹਦੇ ਜਨੇਊ ਨੂੰ ਗਲਤ ਕਹੋ, ਤਾਂ ਕਿ ਮੁਸਲਮਾਨ ਖੁਸ਼ ਹੋ ਜਾਣ। ਪਰ ਗੁਰੂ ਬਾਬਾ ਜੀ ਨੇ ਇਸ ਚੀਜ਼ ਨੂੰ ਵਰਤਿਆ ਨਹੀਂ। ਮੈਂ ਹੈਰਾਨ ਹੁੰਦਾ ਉਹਨਾਂ ਲੋਕਾਂ ਦਾ ਸਪੀਚ, ਉਹਨਾਂ ਦੇ ਭਾਸ਼ਣ ਸੁਣ ਕੇ, ਜਿਹੜੇ ਇੱਕ ਸਟੇਜ ਤੇ ਕੁਝ ਬੋਲਦੇ ਨੇ, ਜਿਹੜੇ ਲੋਕ ਅੱਗੇ ਬੈਠੇ ਹੁੰਦੇ ਉਹਨਾਂ ਦੀ ਹਮਾਇਤ ਵਿੱਚ ਬੋਲੀ ਜਾਣਗੇ, ਤੇ 4 ਦਿਨਾਂ ਬਾਅਦ ਪਰਤ ਕੇ ਉਹਨਾਂ ਨੂੰ ਦੂਜੀ ਥਾਂ ਤੇ ਸੁਣੋ, ਉਹ ਪਿਛਲਿਆਂ ਨੂੰ ਮਾੜਾ ਕਹੀ ਜਾਂਦੇ ਨੇ, ਅਗਲਿਆਂ ਨੂੰ ਚੰਗਾ ਕਹੀ ਜਾਂਦੇ। ਇਹ ਉਹਨਾਂ ਵਿੱਚ ਕਿੱਥੋਂ ਇਹ ਸਾਰੀ ਸਥਿਤੀ ਪੈਦਾ ਹੋ ਗਈ। ਪਰ ਸਤਿਗੁਰੂ ਦੇ ਸਿਧਾਂਤ ਦੇ ਉਲਟ ਹੈ। ਤੁਸੀਂ ਕਦੀ ਧਿਆਨ ਦਿਓ, ਵੇਖੋ ਗੁਰੂ ਨਾਨਕ ਸਾਹਿਬ ਹਰਿਦੁਆਰ ਜਾਂਦੇ ਨੇ ਤੇ ਹਰਿਦੁਆਰ ਵਿੱਚ ਜਦੋਂ ਰਹਿੰਦੇ ਨੇ ਉੱਥੇ ਮੁਸਲਮਾਨ ਦੀ ਗੱਲ ਨਹੀਂ ਕਰਦੇ। ਤੁਸੀਂ ਇਹ ਦੋਵੇਂ ਸਾਖੀਆਂ ਸੁਣੀਆਂ ਹੋਣਗੀਆਂ ਹਰਿਦੁਆਰ ਦੀ, ਜਿੱਥੇ ਉਹਨਾਂ ਨੇ ਪਾਣੀ ਛਿੰਝਿਆ ਲਹਿੰਦੇ ਵੱਲ ਤੇ ਹਿੰਦੂ ਸੱਜਣ ਚੜ੍ਹਦੇ ਵੱਲ ਛਿੰਝ ਰਹੇ ਸਨ ਪਾਣੀ। ਉੱਥੇ ਜਦੋਂ ਹਿੰਦੂ ਬਹੁਤ ਸਾਰੇ ਇਕੱਠੇ ਹੋ ਗਏ, ਬ੍ਰਾਹਮਣ ਇਕੱਠੇ ਹੋ ਗਏ, ਪੰਡਤ ਇਕੱਠੇ ਹੋ ਗਏ, ਤੇ ਸਤਿਗੁਰਾਂ ਨੇ ਜਿਹੜੀ ਉਹਨਾਂ ਨਾਲ ਵਾਰਤਾ ਕੀਤੀ, ਜਿਹੜੀ ਗੱਲਬਾਤ ਕੀਤੀ, ਉੱਥੇ ਮੁਸਲਮਾਨ ਦਾ ਨਾਮ ਤੱਕ ਨਹੀਂ ਕਿ ਮੁਸਲਮਾਨ ਨਮਾਜ਼ ਨਹੀਂ ਪੜ੍ਹਦਾ, ਮੁਸਲਮਾਨ ਧਰਮ ਤੇ ਨਹੀਂ ਤੁਰਦਾ। ਇੱਕ ਸ਼ਬਦ ਵੀ ਬਾਬੇ ਨਾਨਕ ਦੇ ਮੂੰਹ ਤੋਂ ਨਹੀਂ ਸੁਣੋਗੇ ਉੱਥੇ ਮੁਸਲਮਾਨ ਦੇ ਖਿਲਾਫ, ਕਿਉਂਕਿ ਉੱਥੇ ਮੁਸਲਮਾਨ ਹੈ ਹੀ ਨਹੀਂ। ਉੱਥੇ ਸਤਿਗੁਰੂ ਉੱਥੇ ਪੰਡਤ ਦੀ ਵਿਆਖਿਆ ਕਰਨਗੇ, ਉੱਥੇ ਉਹਦੀ ਵਿਆਖਿਆ ਕਰਨਗੇ। ਤੇ ਜੇ ਮੱਕੇ ਵਿੱਚ ਗਏ ਨੇ ਤੇ ਉੱਥੇ ਮੁਸਲਮਾਨ ਦੀ ਗੱਲ ਕਰਨਗੇ, ਉੱਥੇ ਹਿੰਦੂਆਂ ਦੇ ਵਿਰੋਧ ਵਿੱਚ ਨਹੀਂ ਬੋਲਣਗੇ। ਇਹ ਤਰੀਕਾ ਸੀ। ਤੇ ਮੈਂ ਇਹ ਵੀ ਬੇਨਤੀ ਕਰਦਿਆਂ, ਜੇ ਗੁਰੂ ਸਾਹਿਬ ਕਿਤੇ ਸਾਡੇ ਵਿੱਚ ਆ ਜਾਣ ਤੇ ਗੱਲ ਸਿੱਖਾਂ ਦੀ ਕਰਨਗੇ, ਹੋਰ ਕਿਸੇ ਦੀ ਨਹੀਂ, ਸਾਡੀ ਕਰਨਗੇ। ਸਾਨੂੰ ਪੁੱਛਣਗੇ ਤੁਸੀਂ ਕੀ ਕਰ ਰਹੇ ਹੋ, ਪਰ ਅਸੀਂ ਉਹਨਾਂ ਨੂੰ ਇੱਥੇ ਆਉਣ ਹੀ ਨਹੀਂ ਦਿਆਂਗੇ। ਸੱਚਾਈ ਹੈ, ਅਸੀਂ ਆਉਣ ਨਹੀਂ ਦਿਆਂਗੇ, ਕਿਉਂਕਿ ਸਾਨੂੰ ਚਾਹੀਦੇ ਨੇ ਦੂਜਿਆਂ ਦੇ ਵਿਰੋਧ ਦੀਆਂ ਗੱਲਾਂ ਕਰਨ ਵਾਲੇ, ਤਾਂ ਕਿ ਸਾਡੇ ਮਨ ਨੂੰ ਰਸ ਮਿਲੇ, ਸਾਡੇ ਕੰਨਾਂ ਨੂੰ ਸਵਾਦ ਆਵੇ, ਅਸੀਂ ਬੜੇ ਖੁਸ਼ ਹੋਵਾਂਗੇ। ਇਸੇ ਕਰਕੇ ਕਿਸੇ ਸੱਜਣ ਨੇ ਮੈਨੂੰ ਸੰਦੇਸ਼ ਮਿਲਿਆ ਸੀ ਕਿ ਗੁਰੂ ਸਾਹਿਬ ਕਿਹਨੂੰ ਕਹਿੰਦੇ ਨੇ, ਜਬ ਇਹ ਕਹੇ ਵਿਪਰਨ ਕੀ ਰੀਤ। ਵਿਪਰਨ ਕੀ ਰੀਤ ਕਿਹੜੀ ਹੈ? ਵਿਪਰਨ ਕੀ ਰੀਤ ਆਹੀ ਹੈ ਕਿ ਆਪਣੀ ਵਿਚਾਰਨਾ ਕਰਨੀ ਤੇ ਦੂਜਿਆਂ ਨੂੰ ਤਾਨੇ ਮੇੜੇ ਮਾਰਦੇ ਰਹਿਣਾ। ਇਹ ਵਿਪਰਨ ਕੀ ਰੀਤ ਹੈ, ਇਹ ਗਲਤ ਰਸਤਾ ਔਰ ਗੁਰੂ ਸਾਹਿਬ ਤੋਂ ਉਲਟ ਜਾਣ ਵਾਲਾ ਰਾਹ ਹੈ। ਔਰ ਸ਼ਾਇਦ ਇਸੇ ਵਾਸਤੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਮਾਹਿਰ ਹੋ ਗਏ ਹਾਂ। ਤੇ ਤੁਸੀਂ ਧਿਆਨ ਦਿਓ, ਸ਼ਾਇਦ ਇਸੇ ਕਰਕੇ ਉਹ ਕੌਮ ਜਿਹਨੇ 100 ਸਾਲ ਸੰਘਰਸ਼ ਕੀਤਾ, ਬੜੇ ਘੱਟ ਸਾਧਨਾਂ ਦੇ ਨਾਲ ਇਸ ਧਰਤੀ ਤੇ ਆਪਣਾ ਰਾਜ ਕਾਇਮ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 100 ਸਾਲ ਵਿੱਚ, ਤੇ ਉਸ ਤੋਂ ਬਾਅਦ ਆਪਾਂ ਕਿੰਨੇ ਮੋਰਚੇ ਲਾਏ ਨੇ ਤੇ ਕਿੰਨਿਆਂ ਵਿੱਚ ਫੇਲ, ਕਿਤੇ ਵਿੱਚ ਪਾਸ ਵੀ ਹੋ ਜਾ। ਕੀ ਕਾਰਨ? ਜਿਹੜਾ ਵੀ ਕਾਰਜ ਅਸੀਂ ਕਰਨੇ ਉਹ ਰਾਹ ਵਿੱਚ ਕਿਉਂ ਅਟਕਦਾ ਹੈ? ਸਾਧ ਸੰਗਤ ਜੀ ਦਾ ਇਸ਼ਾਰਾ ਸਾਫ਼ ਹੈ, ਗੁਰੂ ਸਾਹਿਬ ਦੀ ਖੁਸ਼ੀ ਹੈ ਨਹੀਂ, ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪੋ ਧਾਪੀ ਵਿੱਚ ਉਹ ਗਲਤੀਆਂ ਕਰ ਰਹੇ ਹਾਂ ਜਿਹੜੀਆਂ ਮੱਕੇ ਵਿੱਚ ਉਹ ਕਰਦੇ ਸਨ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੱਡੇ ਛੋਟੇ ਦੇ ਉਪਦਰਵ ਵਿੱਚ ਪੈ ਕੇ ਕੀਮਤੀ ਸਮਾਂ ਆਪਣਾ ਗਵਾਈ ਜਾਂਦੇ ਹੋ, ਇਹ ਰਸਤਾ ਠੀਕ ਨਹੀਂ ਹੈ। ਔਰ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜਿੰਨਾ ਚਿਰ ਜੋ ਕੁਝ ਅਸੀਂ ਪੜ੍ਹਦੇ ਸੁਣਨੇ ਆ ਔਰ ਉਹਨਾਂ ਚਿਰ ਆਪਣੀ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਕੋਈ ਸਿੱਖਿਆ, ਕੋਈ ਕਥਾ, ਕੋਈ ਕੀਰਤਨ, ਕਿਸੇ ਸਮਾਗਮ ਨੇ ਸਾਡਾ ਕੋਈ ਸਵਾਰਨਾ ਨਹੀਂ। ਭਾਵੇਂ ਇਹਦੇ ਨਾਲ ਚੋਟ ਲੱਗੇ, ਵੱਖਰੀ ਗੱਲ ਹੈ।
जिन्ना चिर साडे अंदरले हिस्से विच नहीं जाता, ये तो सिर्फ एक रटन वाली घटना है। कुछ लोग कही जाते हैं, कुछ सुनी जाते हैं, कुछ पढ़ी जाते हैं। कबीर साहब ने एक वचन किया है, जिंदगी नूं 3 हिस्सियां विच वंडिया उन्होंने। वो कहते तू 3 हिस्सियां विच ख्याल रख, कोठड़े मैं कोठड़ी परम कोठी विचार। तेरी जिंदगी के 3 हिस्से, एक कोठा तेरे बाहर है, वो कोठा तेरा शरीर, एक दे अंदर मन रूपी कोठा है कोठड़ी मैं कोठड़ी, ते एक तीजा है परम कोठी, वो तेरी आत्मा, तेरा अंदरला हिस्सा है। जेड़ा गुरु का उपदेश तू अपने कन्ना नहीं सुनिया, जे तेरे मन तक ना गया तो तां भी रस्ते विच रह गया, दूजे थां ते मन ते जाना। ते जे मन विच उपदेश चला गया, उत्थे तू विचारा करता रहा, उत्थे तू बहस करता रहा, सारी उम्र तू यही पुछदा रहा गुरु नानक साहब के नानके कित्थे सन, उन्हां दे चाचे दा नां की सी, वो किधर नूं गए। इन्हां चीज़ां विच, नगरां विच, थावां विच, तरीकां विच फस गया ते पंडित फसाउणगे सानूं। ब्राह्मण कपड़े बदल लेंदे ने, असीं कहने आ ब्राह्मण ने, ब्राह्मण की करते सन, जो कुछ असीं करने वही ब्राह्मण करते सन। उन्होंने भी लोगों को थावां विच, नावां विच ते तरीकां विच फसाया सी, ते ब्राह्मण ने कपड़े बदल लए ने। उहदे कोल बोधी सी, आपां पग बन लई, फर्क तो कोई नहीं पिया। उन्होंने भी लोगों को तरीकों में फसाया सी भी अज नछत्तर है, अज फलाना है, ये है, तो असी भी तरीकों में उलझा दिता, लोगों सीधे राह ते नहीं तोरिया। इस करके गुरु बाबा जी ने उन्होंने समझाया कि शुभ अमल जीवन में धारण करिए। शुभ अमल किहड़े ने? सतगुरु का एक शब्द आउंदा है, वो भी किसी मुसलमान सज्जन के नाल संबंधित होके सतगुरु ने उचारिया है। हजूर कहते ने अमल कर धरती, बीज शब्दों कर, सच की आब नित देह पानी। ये 3 चीज़ां कट्ठियां कर दी। अमल कर धरती, किसी जिमीदार कोल बीज होवे, जे उहदे कोल धरती नहीं ते बीज का की करेगा? बीज है, जमीन कोई नहीं, बीजेगा किथे? जे जमीन भी है तो धरती भी आ जाए, पानी ना होवे ते उग के उस सवारेगा कुछ नहीं, उन्हें फिर सुक जाना। ये 3 चीज़ां जरूरी ने। किसी फसल को उगाउण वास्ते 3 वस्तुआं अति जरूरी ने, जमीन, बीज ते पानी। इत्थे सतगुरु ने अमल नूं जमीन किया है। अमल का मतलब है कि तू अपना शरीर रूपी जिहड़ा ढांचा है, जीवन रूपी ढांचा, उन्होंने तैयार कर ताकि उहदे विच गुरु का शब्द उगे, उहदे विच असर करे। शरीर तो तेरा तैयार नहीं, जीवन के कर्म ते तेरे ठीक कोई नहीं, जमीन ते तेरे कोल है नहीं, तो बाणी कित्थे बीजेगा? बीज कित्थे पाएगा? गुरु का शब्द तो बीज है ना, नाम बीज है। नाम बीज संतोख सुहागा, रख गरीबी वेश। बीज साढ़े सारिਆਂ कोले, क्योंकि अजकल तो बीज बहुत सस्ता मिल जाता है, बहुत सुख है। ज्ञान ज्ञान सारिਆਂ कोले। किहड़ा आदमी जिहदे कोल अज ज्ञान नहीं? हर एक आदमी की जेब दे विच सारे धार्मिक ग्रंथ ने। तुसीं अपना मोबाइल खोलो, इंटरनेट चलता, जिहड़ा मर्जी ज्ञान लो, बीज सारा है। बीज की कोई कमी नहीं। बड़े सज्जन मिलते हैं, कहते असीं इन्ने दिनों में एक पाठ सुन लेने, कोई कहता मैं वेद सुन लेना, कोई कहता मैं शास्त्र सुन लेना, वो इनू धर्म समझ लेंगे। बीज बहुता हो गया है, ज्ञान बहुत हो गया। ज्ञान सारे कोल, कोई व्यक्ति इहदे तो खाली नहीं है। सारिਆਂ दे कोल इंटरनेट है, ਉਹਦੇ ਵਿੱਚੋਂ ਜਿਹੜਾ ਮਰਜ਼ੀ ਗਿਆਨ, ਜਿਹੜਾ ਮਰਜ਼ੀ ਸਵਾਲ, ਉਹਦਾ ਜਵਾਬ ਕੱਢਿਆ ਜਾ ਸਕਦਾ ਹੈ। ਔਰ ਇਹ ਸੰਸਾਰ ਦਾ ਦੁਰਭਾਗ ਹੈ, ਜਦੋਂ ਗਿਆਨ ਜ਼ਿਆਦਾ ਹੋ ਜਾਏ ਤੇ ਕਮਾਉਣ ਵਾਲਾ ਕੋਈ ਨਾ ਹੋਵੇ, ਉੱਥੇ ਵਿਵਾਦ ਜ਼ਿਆਦਾ ਪੈਦਾ ਹੋਣਾ। ਇਹ ਸਭ ਤੋਂ ਵੱਡਾ ਕਾਰਨ। ਗਿਆਨ ਘੱਟ ਚਾਹੀਦਾ ਸੰਸਾਰ ਵਿੱਚ। ਧਰਮ ਦਾ ਗਿਆਨ ਖਾਸ ਕਰਕੇ ਉਨਾ ਹੀ ਚਾਹੀਦਾ ਜਿੰਨਾ ਮਨੁੱਖ ਨੇ ਕਰਨਾ ਹੈ, ਉਸ ਤੋਂ ਵੱਧ ਗਿਆਨ ਨਹੀਂ ਹੋਣਾ ਚਾਹੀਦਾ, ਉਲਝਾ ਦੇਗਾ ਉਸ ਨੂੰ। ਇਹ ਵਿਦਿਆ ਦਾ ਇੱਕ ਨਿਯਮ ਹੈ ਕਿ ਤੁਸੀਂ ਉਨਾ ਹੀ ਕਿਤਾਬ ਨੂੰ ਖੋਲੋ
जिन्ना तुसी अज पढ़ना। जे किसी विद्यार्थी की आदत खराब हो जाए, उन्होंने ये आदत पै जाए भी जिहड़ी उहदी किताब है पढ़ना, उन्हें पहला लैसन सी याद उन्हें पहला करना सी, तो उहदी आदत पै गई खोल खोल के 5वां 6वां 7वां 10वां वेखना है, वो ना पहला याद हुंदा ते ना 10वां याद हुंदा है, दोवां तो रह गए। अजकल ज्ञान इन्ना वध गया है, खास करके धर्म का ज्ञान, और वो ज्ञान है भी लंगड़ा, बिल्कुल तुरन जोगा नहीं है, क्योंकि ज्ञान कला की करेगा, बीज कला की करेगा। भावें तुसी किसी सोधे हुए बीज नूं महंगे नूं खरीद लो, की करेगा? जमीन तो है कोई नहीं। जिन्ना चिर जमीन ने बीज कुछ नहीं सवारेगा, जिन्ना चिर मनुख का जीवन तैयार नहीं गुरु के शब्द नूं कमाउण लई, उन्ना चिर बीज ने, शब्द ने, ज्ञान ने, किसी धर्म के किसी उपदेश ने कुछ भी नहीं करना। उन्ना चिर असीं भरम विच हनेरे विच तुरदे रहांगे, और ये झूठा भरम और झूठा ज्ञान अंदर जाग पैगा भी मैं पहुँच गया हाँ, क्योंकि मैनू सारा पता लग गया, मैं सारियां गल्लां जान लईआं, मैं समझ लिया पहुँचा किते भी नहीं है। तो सतगुरु कहते अमल का अर्थ है कि जदों किसी धर्मी मनुख का शरीर धर्म कमाउण लई तैयार हो जाता है, उस ढंग नाल वो वेखदा है, उस ढंग नाल सुनदा है, उस ढंग नाल काम करता है, तो समझो उहदे कोल अमल की धरती आ गई, वो कमाउण लग गया। हुण धरती तैयार है, हुण ज्ञान आवे ते दोवां चीज़ां दे मिलण दे नाल, जमीन ते बीज दे मिलाप दे नाल एक बूटा उगेगा, एक बूटा उगेगा उहदे विच। फिर उस बूटे नूं पानी चाहिए, वो तीजी चीज़ है अमल कर धरती बीज शब्दों कर, ते तीजी चीज़ है सच की आब। आब दे अर्थ ने पानी। जीवन विच सचियार होना हर एक पक्ष विच, सच दे मार्ग ते तुरना, जो अंदर जो असीं सुनिया उन्होंने ईमानदारी नाल कमाउण दा यतन करना, सच ते तुरना, ये पानी है। जे दो चीज़ां किसी कोल आ भी गईयां, ज्ञान भी आ गया ते करैक्टर भी उच्चा हो गया, आचरण भी उच्चा हो गया, साध संगत जे सच ना होया तो उगे हुए धर्म ने नष्ट हो जाना, परत के फिर वो खराब हो जाए। सच नहीं है जीवन में, सच की आब, फिर यदा पानी नित चाहिए, नित देह पानी, यदा पानी रोज चाहिए। सच की आब नित देह पानी, होए किरसान ईमान जमाए लै। ये है ईमान, ये है धर्म। होए किरसान ईमान जमाए लै, भिस्त दोजक मूड़े एव जानी। एवें ना तू चक्रां विच पिया रवें नरका ते स्वर्गा दे। भिस्त ते दोजक दा मतलब है नरक ते स्वर्ग। एवें ना विश्वास कर ले झूठियां दलीलां ते कि तेनू कोई पंडित पुरोहित कोई मुला कोई अरदासिया तेनू स्वर्ग विच भेज देगा। तू इस चीज़ ते भरोसा ना करी कदी। तू उस चीज़ नू याद कर भी स्वर्ग ते नरक तेरा ही जीवन है। ਉਹਦੇ ਵਿੱਚ तू जिवें दा बीजेगा अगला जीवन तेरे वास्ते उस तरह का बन जाए। भिस्त दोजक मूड़े एव जानी। फिर कहते मत जान सह गली पाया। ये ना समझी कि परमात्मा नू सिर्फ गल्लां जानन नाल लभ लईदा प्राप्त कर ले। सह का अर्थ है परमात्मा ते गली का अर्थ है गल्लां दे नाल। मत जान सह गली पाया। मान कै माते रूप की शोभा इत विधि जन्म गवाया। ਇਹਦੇ ਅੱਗੇ एक होर बचन किया ऐब तन चिकड़ो ए मन मिंडको कमल की सार नहीं मूल पाई। भौर उस्ताद नित भाख्या बोले क्यों बूझै जा नह बुझाई। इस जीवन की गुरु साहब व्याख्या करते हैं कि ये जिहड़ा शरीर है ना ये ऐबां दा भरिया होया। ऐब तन चिकड़ो ਇਹਦੇ ਵਿੱਚ ऐबां दा चिकड़ है गुनाहां दा चिकड़ है। ऐब तन चिकड़ो ਇਹ मन ਮੈਂਡਕੋ ਤੇ मन ਵਿੱਚ ਮੈਂਡਕ बन के डड्डू बन के सारा दिन फिरदा है। ਵਿੱਚੋਂ कदी काई खांदा है कदी गंदगी खांदा है निंदिया दी कदी ईरखा दी कदी विकारां दी कदी क्रोध दी ਇਹਦੇ ਵਿੱਚ घूमदा ਰਹਿੰਦਾ। ऐब तन चिकड़ो ਇਹ मन ਮੈਂਡਕੋ
पर ऐसे ही शरीर विच एक कमल भी है। कमल की सार नहीं मूल पाई, ਇਹਦੇ ਵਿੱਚ परमात्मा ਦਾ नाम रूपी एक कमल भी उगया होया है। पर कमल की सुगंधी डड्डू किवें लवे जिन्ना चिर वो भवरा नहीं बनता। साडे शरीर के अंदर गुरु ग्रंथ साहिब जी की बाणी विच ये बहुत बारी आएगा कि इको ही चीज़ के दो नाम लए गए ने। ख्याल रखना, भवरा ते डड्डू दो वखरियां चीज़ां नहीं। काग ते हंस दो चीज़ां नहीं वखरियां। जिवें कि नाम लिया गया कि बंदे दे शरीर विच एक काग है ते एक हंस है, वो दो चीज़ां नहीं हैं। इको ही चीज़ दो रूप धारण कर जाती है। जिहड़ा साडा मन है, जे तो काग बिरती विच जिउंदा ते कां बन जाएगा, ते जो गुरु की संगत करेगा उसे नहीं हंस बनना है। हो रही नहीं भी कां वखरा बैठा ते हंस वखरा, इको ने बदलना। इसे ही मन ने एक पासे ये डड्डू वर्गा है, यानी कि नीवे पद्धर ते सिर्फ शरीर के स्वार्थ विच जिउंदा है। उदों ये डड्डू है, मेंढक है, ते जदों ये अंदर सुरत जागदी है ना, ये उच्चा उठदा है, उस वेले यही भवरा बन के उस परमात्मा के नाम की सुगंधी लैंदा जिहड़ी इस शरीर दे विच है। ये दो साडियां बिरतियां ने, बस यही फर्क है, एक संत विच ते असंत विच, शरीरां विच फर्क नहीं। शरीर दोवां दे इक्को जिहे ने, शरीरां विच अंतर नहीं। अंतर काहदे विच है? सिर्फ ते सिर्फ उहदे डड्डू विच ते भवरे विच होण दे। गुरु साहब कहंदे ने कि भौर उस्ताद ने तू भाख्या बोले, क्यों बूझा जा नह बुझाई। अगे एक होर बहुत प्यारा शब्द वर्णन किया, उहदे विच हजूर फरमाउंदे ने कि आखण सुनना पाउण की बाणी, ए मन रता माया। आखण सुनना पाउण की बाणी, वेखो किन्नियां साफ दलीलां। कहते आ जिहड़ा तू आखना है ना पिया, जिहड़ा तू बोलना है जां जिहड़ा तू जपना है, साफ इहदे अर्थ यही होणगे। इत्थे असीं आके थोड़ी जी लेवी ला जाने भी साडे अपने धर्म दे दियां गल्लां ओहदा खंडन ना किते हो जाए, दूजियां दियां कर दईए। इहदे विच साफ है, आखण सुनना पाउण की बाणी। गुरु साहब कहंदे तू मूँह नाल जो भी बोल रहा है, शास्त्र वाला शास्त्र बोल रहा है, कुरान वाला कुरान बोल रहा है, ते गुरु ग्रंथ साहिब वाला बाणी पिया पढ़दा, इक्को ही ने। वो चीज़ वक्री है कि सतगुरु ने बाणी को गुरु का रुतबा दिता है। पर जदों असी इस राह ते काम करांगे तो उपदेश वखरे नहीं। परथाए साखी महापुरख बोल दे, साझी सगल जहान है। गुरु साहब कहते आखण सुनना पाउण की बाणी। जे तू कवे मैं चंगियां गल्लां करके जां चंगियां गल्लां बोल के जां पढ़ के सिर्फ चंगा हो जाएगा, ये सिर्फ तेरे गले की एक कला है, उहदे विचों हवा निकलती है तो उस तरह के शब्द बन जाते हैं। आखण सुनना पाउण की बाणी, हवा की कला है। हुण तो इस तरह के यंत्र आ गए हैं जिहड़े मनुख वांगू गल्लां कर सकते हैं, उन्हां दे विचों फिट कर दिता गया। जे बोलना मनुख नूं बोलण की लोड़ ही नहीं है, तुसीं उस यंत्र नूं फिट कर दो, जवाब दे देगा पूरा बोल के, जिवें आदमी बोल रहा। आदमी है नहीं, सिर्फ आदमी के गले वाला सिस्टम फिट कर दिता गया, उहदे विच हवा भेजी जाती है तो उस तरह दी गल्लां बोलियां जांदियां। हजूर कहंदे ने ध्यान रख, जिहड़ी बाणी तेरे टेप रिकार्ड विचों निकलदी है वो मुक्त क्यों नहीं होया? वो यंत्र जिहड़ा है, आवाज़ तो उहदे विचों भी आ रही है। जे तू भी उहदे वांग करदा रहा, जिवें वो रिपीटिंग करदा कढ़दा, फिर तेरे ते प्रभाव नहीं। और इहदे विच हजूर कहंदे आखण सुनना पाउण की बाणी, ए मन रता माया। वो मन शामिल नहीं, फिर इनू आपां कह सकते हैं ये चीज़ रिपीट की जा रही है। हाँ, इत्थे एक मैं बेनती जरूर करा, जे पढ़न वाले दा मन विच है, भावें वो मन धुपिया नहीं, भावें उहदे विच पाप है, ये ख्याल रखना। जिहड़ा पढ़ रहा है ना, मन उहदा विच है,
पर ਉਹਦੇ ਮਨ ਦੇ ਵਿੱਚ ਭਾਵੇਂ ਪਾਪ ਵੀ ਹੈ, ਪਰ ਘੱਟੋ ਘੱਟ ਉਹ ਨਾਲ ਜੁੜਿਆ, ਸੁਣ ਰਿਹਾ, ਉਹ ਪੜ੍ਹਿਆ ਹੋਇਆ ਪ੍ਰਵਾਨ ਹੈ, ਉਸ ਘਰ ਵਿੱਚ ਥਾਂ ਪਾਉਂਦਾ ਹੈ। ਜੇ ਮਨ ਵਿੱਚ ਜੁੜਿਆ, ਜੁੜ ਕੇ ਪੜ੍ਹੇ, ਉਹ ਪ੍ਰਵਾਨ ਹੈ। ਉੱਥੇ ਇਹ ਸ਼ਰਤ ਨਹੀਂ ਵੀ ਤੂੰ ਜ਼ਰੂਰ ਬ੍ਰਹਮ ਗਿਆਨੀ ਹੈ ਤੇ ਤਾਂ ਹੀ ਪ੍ਰਵਾਨ ਕਰਾਂਗਾ। ਭਾਵੇਂ ਅੰਦਰ ਗੁਨਾਹ ਵੀ ਹੈ, ਪਰ ਅੰਦਰੋਂ ਜੁੜ ਕੇ ਅਰਦਾਸ ਕਰ ਰਿਹਾ, ਛੁੱਟਣ ਦਾ ਯਤਨ ਕਰ ਰਿਹਾ, ਉਸ ਮਨੁੱਖ ਦਾ ਬੋਲਿਆ ਹੋਇਆ ਪ੍ਰਵਾਨ ਹੈ, ਉਹ ਪ੍ਰਵਾਨ ਹੁੰਦਾ ਹੈ। ਤੇ ਜੇ ਅੰਦਰ ਮਨ ਸਹਿਮਤ ਨਹੀਂ, ਫਿਰ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ ਕਸਮ ਕੀ ਨਦਰ। ਇਹ ਬਚਨ ਕੀਤੇ ਕਿ ਜਿੰਨੇ ਕਰ ਏਕ ਧਿਆਇਆ, ਫਿਰ ਅੱਗੇ ਕਹਿੰਦੇ 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। 30 ਰੋਜ਼ੇ ਰੱਖਦੇ ਨੇ ਮੁਸਲਮਾਨ ਤੇ 5 ਵਕਤ ਦੀ ਨਮਾਜ਼। ਕੋਈ ਮਨੁੱਖ ਆਪਣੇ ਧਰਮ ਦੇ ਅਨੁਸਾਰ ਰੋਜ਼ਾ ਰੱਖੇ, ਕਿ ਵਰਤ ਰੱਖੇ, ਕਿ ਭੰਡਾਰਾ ਕਰੇ, ਕਿ ਲੰਗਰ ਚਲਾਏ, ਨੇਮ ਪੂਰੇ ਕਰ ਦੇਵੇ। 30 ਕਰ ਰੱਖੇ 5 ਕਰ ਸਾਥੀ। ਹਜ਼ੂਰ ਕਹਿੰਦੇ ਜੇ ਉਹਦੇ ਕਰਮ ਠੀਕ ਨਹੀਂ, ਉਹਦੇ ਅਮਲ ਚੰਗੇ ਨਹੀਂ, ਇਹ ਕੰਮ ਕਰਨ ਨਾਲ ਉਹਦਾ ਨਾਮ ਜੇ ਸ਼ੈਤਾਨਾਂ ਵਾਲੇ ਕੰਮ ਕਰਦਾ ਹੈ ਤੇ ਸ਼ੈਤਾਨੀਅਤ ਉਹਦੇ ਜੀਵਨ ਵਿੱਚੋਂ ਕੱਟੀ ਨਹੀਂ ਜਾਏਗੀ। ਨਾਉ ਸ਼ੈਤਾਨ ਮਤ ਕੱਟ ਜਾਈ, ਭਾਵ ਉਹਦੀ ਬੁਰਾਈ ਅੰਦਰਲੀ ਕੱਟੀ ਨਹੀਂ ਜਾ ਸਕਦੀ ਜੇ ਅੰਦਰੋਂ ਉਹ ਗਲਤ ਰਾਹ ਤੇ ਚੱਲ ਰਿਹਾ ਹੈ। ਅਖੀਰ ਤੇ ਸਤਿਗੁਰੂ ਨੇ ਕਿਹਾ, ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਕਹਿੰਦੇ ਰਾਹ ਤੇ ਉਹ ਮਨੁੱਖ ਮੰਜ਼ਿਲ ਤੇ ਪਹੁੰਚਦਾ ਹੈ ਜਿਹੜਾ ਰਾਹ ਤੇ ਤੁਰੇ। ਇਹੀ ਉੱਥੇ ਬੈਠੇ ਲੋਕਾਂ ਨੂੰ ਸਮਝਾਇਆ, ਜਿਹੜੇ ਕਾਜੀ ਤੇ ਮੁੱਲਾ ਲੋਕ ਗੁਰੂ ਸਾਹਿਬ ਨਾਲ ਮੱਕੇ ਦੀ ਧਰਤੀ ਤੇ ਵਾਰਤਾ ਕਰਨ ਲਈ ਆਏ। ਭਾਈ ਗੁਰਦਾਸ ਸਾਹਿਬ ਕਹਿੰਦੇ ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਏ। ਈਮਾਨ ਦੀ ਗੱਲ ਪੁੱਛੀ ਵੀ ਧਰਮ ਕੀ ਹੈ, ਈਮਾਨ ਕੀ ਹੈ। ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਕਿਉਂਕਿ ਗੁਰੂ ਸਾਹਿਬ ਨੇ ਉੱਥੇ ਇੱਕ ਬਹੁਤ ਵੱਡਾ ਸਾਂਗ ਵਰਤਾਇਆ ਸੀ। ਉਹਨਾਂ ਦੀ ਇਸ ਘਟਨਾ ਨੂੰ ਕਿਸੇ ਲਖਿਆ ਨਹੀਂ ਵੀ ਕੀ ਹੈ। ਉਹ ਸਾਂਗ ਕਿਹੜਾ ਸੀ? ਮੱਕਾ ਫਿਰਿਆ ਸੀ, ਕਲਾ ਵਿਖਾਈ ਸੀ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਰਤਦੀਆਂ ਨੇ, ਇਹਨਾਂ ਬਾਰੇ ਆਦਮੀ ਪੂਰੀ ਤਰ੍ਹਾਂ ਡਿਸਾਈਡ ਨਹੀਂ ਕਰ ਸਕਦਾ ਵੀ ਹੋਈ ਹੈ ਕਿ ਨਹੀਂ। ਜਿਹੜੇ ਬਾਅਦ ਵਾਲੇ ਲੋਕ ਆਏ, ਉਹਨਾਂ ਕਿਹਾ ਵੀ ਮੱਕਾ ਤੇ ਉੱਥੇ ਹੀ ਹੈ, ਉਹਨਾਂ ਨੂੰ ਸਮਝ ਨਹੀਂ ਆਈ। ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਦੱਸਿਆ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਰਤੀਆਂ ਨੇ, ਉਹਨਾਂ ਨੂੰ ਲੋਕ ਕਿਉਂ ਨਹੀਂ ਮੰਨਦੇ ਅੱਧੇ? ਕਿਉਂਕਿ ਜਿਹੜਾ ਵਹਿੰਦਾ ਉਹਨੂੰ ਦਿਸਦਾ, ਬਾਕੀ ਦੇ ਨੂੰ ਪਤਾ ਨਹੀਂ ਲੱਗਦਾ। ਇਹ ਸਾਂਗ ਵਰਤਾਇਆ ਸੀ ਬਾਬਾ ਜੀ ਨੇ, ਤਰੀਕਾ ਵਰਤਾਇਆ ਸੀ। ਹਾਂ, ਕਿਤੇ ਕਿਤੇ ਗੁਰੂ ਸਾਹਿਬ ਨੇ ਪ੍ਰਤੱਖ ਕਲਾ ਵਰਤਾ ਦਿੱਤੀ ਸੰਸਾਰ ਦੇ ਅੰਦਰ। ਤਾਂ ਇੱਥੇ ਕਹਿ ਰਹੇ ਹੋ ਜਿਹੜੀ ਕੁਦਰਤ ਵਿਖਾਈ, ਉਹਨੂੰ ਵੇਖ ਕੇ ਉਹ ਹੈਰਾਨ ਹੋਏ। ਫਿਰ ਉਹਨਾਂ ਨੇ ਪੁੱਛਿਆ ਕਿ ਪੁੱਛਣ ਫੋਲ ਕਿਤਾਬ ਨੂੰ। ਗੁਰੂ ਬਾਬਾ ਜੀ ਦੇ ਕੋਲ ਜਿਹੜੀ ਪੋਥੀ ਸੀ, ਕਹਿੰਦੇ ਇਹਨੂੰ ਫੋਲ ਕੇ ਦੱਸੋ ਕਿ ਇਹਦੇ ਵਿੱਚ ਇਹਦਾ ਜਵਾਬ ਹੈ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕੌਣ ਵੱਡਾ ਹੈ ਤੇ ਕੌਣ ਛੋਟਾ ਹੈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਵਾਬ ਦਿੱਤਾ ਕਿ ਜੇ ਮਨੁੱਖ ਦਾ ਅਮਲ, ਅੰਦਰਲੀ ਕਰਤੂਤ, ਅੰਦਰਲਾ ਹਿਰਦਾ ਸ਼ੁੱਧ ਨਹੀਂ, ਨੀਅਤ ਸਾਫ਼ ਨਹੀਂ ਜਿਹਦੀ, ਉਹ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਦੋਵੇਂ ਹੀ ਉਹਦੀ ਦਰਗਾਹ ਵਿੱਚ ਰੋਣਗੇ। ਇਹ ਜਵਾਬ ਦਿੱਤਾ। ਆਪਾਂ ਜਿਹੜੀ ਸਾਰੀ ਵਿਚਾਰ ਕੀਤੀ ਉਹ ਇਸ ਪੰਕਤੀ ਤੇ ਸੀ। ਕਈ ਵਾਰੀ ਕਈ ਗੁਰਮੁਖ ਕਹਿੰਦੇ ਵੀ ਜਿਹੜਾ ਸ਼ਬਦ ਹੈ ਉਹਦੀ ਤੇ ਕਥਾ ਹੋਈ ਨਹੀਂ, ਬਾਕੀ ਕਥਾ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਉਹ ਇਹਦਾ ਵਿਸਤਾਰ ਹੁੰਦਾ ਹੈ। ਇਹ ਵੱਖਰਾ ਵੱਖਰਾ ਤਰੀਕਾ ਹੈ। ਕਈ ਵਾਰੀ ਉਹ ਵੀ ਤਰੀਕਾ ਵੀ ਇੱਕ ਇੱਕ ਪੰਕਤੀ ਨੂੰ ਲੈ ਕੇ 5-5, 7-7 ਮਿੰਟ ਕਥਾ ਕਰਨਾ, ਉਹ ਵੀ ਇੱਕ ਤਰੀਕਾ ਹੈ, ਉਹ ਵੀ ਵਧੀਆ ਹੈ। ਪਰ ਜੇ ਕਿਸੇ ਵਿਸ਼ੇ ਨੂੰ ਪੂਰੀ ਤਰ੍ਹਾਂ ਤਹਿ ਤੱਕ ਲੈ ਕੇ ਜਾਣਾ ਤੇ ਉਹਦਾ ਇਹ ਤਰੀਕਾ ਹੁੰਦਾ ਵੀ ਕਿਸੇ ਵੀ ਸ਼ਬਦ ਦਾ ਇੱਕ ਕੇਂਦਰੀ ਧੁਰਾ ਬਣਾ ਕੇ ਉਹਦੇ ਦੁਆਲੇ ਕੰਮ ਕਰਨਾ, ਤਾਂ ਕਿ ਇੱਕ ਸਿਧਾਂਤ ਘੱਟੋ ਘੱਟ ਅੰਦਰ ਪਕੜ ਵਿੱਚ ਆ ਜਾਏ। ਵੈਸੇ ਤੇ ਇੱਕ ਸ਼ਬਦ ਵਿੱਚ 12-12, 14-14 ਸਿਧਾਂਤ ਹੁੰਦੇ। ਜੇ ਉਹਨਾਂ ਨੂੰ ਕੱਲਾ ਕੱਲਾ ਕਰਾਂਗੇ, ਉਹਨਾਂ ਵਿੱਚੋਂ ਇੱਕ ਵੀ ਪਕੜ ਵਿੱਚ ਨਹੀਂ ਆਏਗਾ।
इस करके ਇਹਦੇ ਉੱਤੇ ਆਪਾਂ ਸਾਰੇ ਵਿਚਾਰ ਕੀਤੇ ਵੀ ਸ਼ੁਭ ਅਮਲਾ ਬਾਝੋ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈ ਨਾ ਢੋਈ। ਜੇ ਉਹਨਾਂ ਦੇ ਕਰਮ ਸ਼ੁਭ ਨਹੀਂ, ਕਿਸੇ ਵੀ ਮਜ਼ਹਬ ਦਾ ਮਨੁੱਖ ਬਿਨਾਂ ਅਮਲ ਤੋਂ ਉਹਦੇ ਘਰ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਕੱਚਾ ਰੰਗ ਕਸੁੰਭ ਦਾ ਪਾਣੀ ਧੋਤਾ ਥਿਰ ਨਾ ਰहोई। ਕਸੁੰਭੇ ਦੇ ਫੁੱਲ ਦਾ ਜੇ ਕੋਈ ਮਨੁੱਖ ਆਪਣੇ ਕੱਪੜਿਆਂ ਨੂੰ ਰੰਗ ਚੜਾ ਲਵੇ, ਕਸੁੰਭੇ ਦਾ ਇੱਕ ਫੁੱਲ ਹੈ, ਰੰਗ ਉਹਦਾ ਬਹੁਤ ਗਾੜਾ ਚੜ੍ਹਦਾ ਹੈ, ਪਰ ਜੇ ਉਸ ਨੂੰ ਇੱਕ ਵਾਰੀ ਧੁੱਪ ਵਿੱਚ ਰੱਖ ਦਿਓ ਕੱਪੜੇ ਦਾ ਰੰਗ ਉੱਡ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਸਿਰਫ ਜ਼ਬਾਨੀ ਕਲਾਮੀ, ਸਿਰਫ ਵਾਦ ਵਿਵਾਦ ਨਾਲ ਸੰਬੰਧਿਤ ਧਰਮ ਨੇ, ਉਹਨਾਂ ਦਾ ਰੰਗ ਬਿਲਕੁਲ ਕੱਚਾ ਹੁੰਦਾ ਹੈ। ਉਹ ਬੇਰਸ ਨੇ, ਉਹ ਆਪ ਅਤ੍ਰਿਪਤ ਨੇ, ਬੇਚੈਨ ਨੇ, ਤੇ ਆਪਣੇ ਨਾਲ ਤੁਰਨ ਵਾਲਿਆਂ ਨੂੰ ਆਨੰਦ ਨਹੀਂ ਦੇ ਸਕਦੇ, ਟਿਕਾ ਨਹੀਂ ਬਖਸ਼ ਸਕਦੇ। ਇਸ ਕਰਕੇ ਉਹਨਾਂ ਦਾ ਰੰਗ ਜਲਦੀ ਲੈ ਜਾਂਦਾ ਹੈ। ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਕਥਾਏ ਖਲੋਈ। ਫਿਰ ਉਹ ਜਿਹੜੇ ਕਾਜੀ ਸਨ, ਕਿਉਂਕਿ ਜਿੱਥੇ ਵੀ ਬਾਬਾ ਜੀ ਗਏ ਨੇ, ਜਿੱਥੇ ਉਹਨਾਂ ਉਪਦੇਸ਼ ਦਿੱਤਾ, ਕੁਝ ਲੋਕ ਪ੍ਰਭਾਵਿਤ ਹੋ ਗਏ, ਦੂਜੇ ਅੜੇ ਰਹੇ। ਉਹਨਾਂ ਦੇ ਆਪਸ ਵਿੱਚ ਫਿਰ ਵਿਰੋਧ ਹੋਇਆ, ਆਪਸ ਵਿੱਚ ਵਕੀਲੀ ਕਰਦੇ ਨੇ। ਅੱਧੇ ਕਹਿੰਦੇ ਵੀ ਜੋ ਕੁਝ ਇਸ ਬਾਬਾ ਜੀ ਨੇ ਕਿਹਾ ਉਹ ਠੀਕ ਹੈ, ਅੱਧੇ ਕਹਿੰਦੇ ਨਹੀਂ, ਇਹ ਇਸਲਾਮ ਦੀ ਵਿਰੋਧਤਾ ਹੈ। ਦੋ ਤਰ੍ਹਾਂ ਦੇ ਲੋਕ ਨੇ, ਉਹ ਆਪਸ ਵਿੱਚ ਵਕੀਲੀ ਕਰਦੇ ਨੇ। ਔਰ ਭਾਈ ਸਾਹਿਬ ਕਹਿੰਦੇ ਰਾਹੇ ਸ਼ੈਤਾਨੀ ਦੁਨੀਆ ਗੋਈ। ਇਹ ਧਾਰਮਿਕ ਜਗਤ ਵਿੱਚ ਰਹਿਣ ਵਾਲੇ ਲੋਕ, ਇਹ ਵੀ ਇਹਨਾਂ ਗਲਤ ਰਾਹਾਂ ਤੇ ਤੁਰੇ ਔਰ ਵਿਵਾਦਾਂ ਵਿੱਚ ਆ ਫਸੇ, ਤੇ ਲੋਕਾਂ ਨੂੰ ਵਿਵਾਦਾਂ ਵਿੱਚ ਪਾ ਕੇ ਉਹਨਾਂ ਨੇ ਭਟਕਾਇਆ। ਸੋ ਇਸ ਮੱਕੇ ਦੀ ਫੇਰੀ ਵਿੱਚ, ਉਦਾਸੀ ਵਿੱਚ, ਗੁਰੂ ਸਾਹਿਬ ਦਾ ਇੱਕੋ ਹੀ ਉਪਦੇਸ਼ ਸੀ ਕਿ ਜੀਵਨ ਅਮਲ ਸ਼ੁਭ ਹੋਵੇ ਔਰ ਫਿਰ ਉਹਦੇ ਵਿੱਚ ਨਾਮ ਦੀ ਦਾਤ, ਰੱਬ ਦੀ ਯਾਦ ਟਿਕੇ ਔਰ ਮਨੁੱਖ ਸੰਪੂਰਨ ਇਸ ਧਰਤੀ ਤੇ ਆਪਣੀ ਜ਼ਿੰਦਗੀ ਨੂੰ ਸੰਪੂਰਨ ਕਰਕੇ ਸਫਲ ਕਰ ਲੈਂਦਾ। ਭਾਈ ਸਾਹਿਬ ਅਗਲੀਆਂ ਪੌੜੀਆਂ ਵਿੱਚ ਹੋਰ ਹਵਾਲੇ ਜਿਵੇਂ ਦੇਣਗੇ, ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਦੱਸਦੇ ਨੇ। ਭੁੱਲਾਂ ਚੁੱਕਾਂ ਦੀ ਆਪ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।